स्टूडेंट का काम सिर्फ पढ़ना, पर असीं पढ़ के करांगे की? जिथे तुसीं जम्मे हो उत्थों दे लोग अगे नहीं तुरनगे, उदों तक कोई भी बंदा तीजा बंदा आके साडे दर्द नूं, साडी मिट्टी नूं, साडे समाज नूं वो समझ नहीं सकदा। जिहड़ी स्टूडेंट पॉलिटिक्स आ उन्हें तुहानूं सेध देनी हुंदी है। सिर्फ यही है भी स्टूडेंट नूं पॉलिटिक्स तो दूर रखा जाए ताकि ये स्टूडेंट अगे आ ना सकन। जदों तुहाडे कोल स्टूडेंट पॉलिटिक्स चों निकले हुए पॉलिटिशियन नहीं हैगे तां उन्हां नूं समझ की है। RMB ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ। 4 ਦਹਾਕੇ ਬੀਤ ਚੁੱਕੇ ਨੇ। ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਨਹੀਂ ਹੋ ਰਹੀਆਂ, ਪਰ ਹੁਣ ਇਸ ਸਮੇਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਦਲੀਆਂ ਕਿਸੇ ਨੇ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਪਰ 2018 ਦੇ ਵਿੱਚ 28 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਕਰਵਾਵਾਂਗੇ, ਪਰ ਉਹਨਾਂ ਦਾ ਇਹ ਐਲਾਨ ਮਹਿਜ਼ ਇੱਕ ਐਲਾਨ ਹੀ ਬਣ ਕੇ ਰਹਿ ਗਿਆ। ਇਸ ਦੇ ਲਈ ਅੱਜ ਗੱਲਬਾਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਪਟਿਆਲਾ, ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਜਿੱਥੇ ਗੱਲਬਾਤ ਕਰਾਂਗੇ ਸਟੂਡੈਂਟਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ। ਅਸੀਂ ਗੱਲ ਕਰ ਰਹੇ ਹਾਂ SIFI ਦੇ ਸਟੂਡੈਂਟ ਨਿਰਵੈਰ ਦੇ ਸਿੰਘ ਦੇ ਨਾਲ। ਉਹਨਾਂ ਇਸ ਦੇ ਬਾਰੇ ਕੀ ਕੁਝ ਕਹਿਣਾ ਹੈ ਤੇ ਆਖਰ ਪੰਜਾਬ ਦਾ ਅਗਲਾ ਭਵਿੱਖ ਕੀ ਹੋਵੇਗਾ ਜੇਕਰ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ। RMB ਟੈਲੀਵਿਜ਼ਨ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ। ਤਾਂ ਸਾਡਾ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਆਖਰ ਬੰਦ ਕਿਉਂ ਹੋਈਆਂ ਸੀ? ਸਰ, ਜਦੋਂ ਆਪਾਂ ਦੇਖਦੇ ਹਾਂ ਜੀ ਵੀ ਜਿਹੜਾ ਸਰਕਾਰ ਦਾ ਮੰਨਣਾ ਗਾ ਵੀ ਉਸ ਟਾਈਮ ਦੇ ਵਿੱਚ 1984 ਦੇ ਵਿੱਚ ਜਦੋਂ ਮਾਹੌਲ ਖਰਾਬ ਹੁੰਦਾ ਜੀ, ਤੇ ਉਸ ਟਾਈਮ ਇਹ ਕਹਿ ਕੇ ਬੈਨ ਲਾ ਦਿੱਤਾ ਜਾਂਦਾ ਗਾ ਵੀ ਜਿਹੜਾ ਇੱਥੇ ਪੰਜਾਬ ਦਾ ਮਾਹੌਲ ਹੈ ਉਹ ਹੁਣ ਬਹੁਤ ਖਰਾਬ ਹੋ ਚੁੱਕਿਆ, ਮਿਲੀਟੈਂਸੀ ਬਹੁਤ ਜ਼ਿਆਦਾ ਗਈ, ਤੇ ਇਸ ਕਰਕੇ ਉਹਨਾਂ ਨੇ ਟੈਂਪਰੇਰੀ ਤੌਰ ਤੇ ਉਸ ਸਮੇਂ ਨੂੰ ਹੈਂਡਲ ਕਰਨ ਦੇ ਲਈ ਉਹਨੂੰ ਸਟੂਡੈਂਟ ਇਲੈਕਸ਼ਨ ਦੇ ਉੱਤੇ ਰੋਕ ਲਾਈ ਸੀਗੀ। ਪਰ ਜਿਹੜੀ ਉਹ ਰੋਕ ਹੁਣ ਤੱਕ ਬਰਕਰਾਰ ਹੈ। ਸਮੇਂ-ਸਮੇਂ 'ਤੇ ਸਰਕਾਰਾਂ ਬਦਲਦੀਆਂ ਗਈਆਂ ਤੇ ਉਹਨਾਂ ਦੇ ਆਪਦੇ ਵਾਅਦੇ ਹੁੰਦੇ ਰਹੇ। ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਆਏ ਸੀਗੇ, ਉਹਨਾਂ ਨੇ ਵਾਅਦਾ ਕੀਤਾ 2018 ਦੇ ਵਿੱਚ, ਪਰ ਉਸ ਤੋਂ ਬਾਅਦ ਇਹ ਇਲੈਕਸ਼ਨਸ ਨੇ ਇਹ ਉੱਦਾਂ ਦੀ ਉੱਦਾਂ ਬੰਦ ਨੇ ਤੇ ਬਰਕਰਾਰ ਹੈ ਜਿਹੜਾ ਸਟੇਟਸ ਕਿਉ ਆ। ਤੇ ਉਹਦੇ ਨਾਲ ਅਸੀਂ ਦੇਖ ਸਕਦੇ ਹਾਂਗੇ ਵੀ ਸਾਡਾ ਸਟੂਡੈਂਟ ਜਥੇਬੰਦੀਆਂ ਵੱਲੋਂ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਤੇ ਅਲੱਗ-ਅਲੱਗ ਆਪਣੇ ਦਫ਼ਤਰਾਂ ਜਾਂ ਹੋਰ ਉਹਦੇ ਥਾਵਾਂ ਦੇ ਉੱਤੇ ਅਸੀਂ ਮੰਗ ਪੱਤਰ ਵੀ ਦਿੱਤੇ ਗਏ ਵੀ ਤਾਂ ਕਿ ਜਿਹੜਾ ਸਟੂਡੈਂਟ ਇਲੈਕਸ਼ਨ ਹੈ ਉਹਨੂੰ ਦੁਬਾਰਾ ਤੋਂ ਚਲਾਇਆ ਜਾਵੇ। ਇਸ ਨਾਲ ਤਾਂ ਕਿ ਜਿਹੜਾ ਯੂਨੀਵਰਸਿਟੀ ਦਾ ਇੱਕ ਮਾਹੌਲ ਹੈ, ਪੋਲੀਟੀਕਲ ਮਾਹੌਲ ਹੈ, ਉਹਨੂੰ ਦੁਬਾਰਾ ਤੋਂ ਸਿਰਜਿਆ ਜਾਵੇ। ਪਰ ਪਟਿਆਲਾ ਦੇ ਨਾਲ ਜੇਕਰ ਕਰਦੇ ਚੰਡੀਗੜ੍ਹ ਦੇ ਵਿੱਚ ਤਾਂ 1995 ਵਿੱਚ ਪਹਿਲਾਂ ਚੋਣਾਂ ਸ਼ੁਰੂ ਹੋਈਆਂ, ਉਦੋਂ 97 ਦੇ ਵਿੱਚ ਚੋਣਾਂ ਫਿਰ ਹੋਣੀਆਂ ਸ਼ੁਰੂ ਹੋ ਗਈਆਂ, ਪਰ ਚੰਡੀਗੜ੍ਹ 'ਚ ਵੀ ਚੋਣਾਂ ਪਹਿਲਾਂ ਬੰਦ ਹੋ ਗਈਆਂ ਸੀ। ਜੇਕਰ ਚੰਡੀਗੜ੍ਹ ਚੋਣਾਂ ਹੋ ਜਾਂਦੀਆਂ ਤਾਂ ਪੰਜਾਬ ਚੋਣਾਂ ਕਿਉਂ ਨਹੀਂ ਹੋ ਸਕਦੀਆਂ? ਇਹ ਜਿਵੇਂ ਤੁਸੀਂ ਦੱਸਿਆ ਵੀ ਹਾਂ ਚੰਡੀਗੜ੍ਹ ਦੇ ਵਿੱਚ ਚੋਣਾਂ ਹੋਈਆਂ, ਉਸ ਟਾਈਮ 1993 ਦੇ ਵਿੱਚ ਕੁਲਜੀਤ ਸਿੰਘ ਨਾਗਰਾ ਸੀਗੇ, ਉਹਨਾਂ ਨੇ ਪ੍ਰੋਟੈਸਟ ਰੱਖਿਆ ਸੀਗਾ, ਭੁੱਖ ਹੜਤਾਲ ਕੀਤੀ ਤੇ ਮਰਨ ਵਰਤ ਤੇ ਉਹ ਬੈਠੇ, ਤੇ ਉਹਦੇ ਨਾਲ ਉੱਥੇ ਪਹਿਲਾਂ ਇੱਕ ਵਾਰ ਤਾਂ ਟੈਂਪਰੇਰੀ ਤੌਰ ਤੇ ਇਲੈਕਸ਼ਨ ਹੋਇਆ, ਫਿਰ ਦੁਬਾਰਾ ਜਿਉਂ-ਜਿਉਂ ਉੱਥੇ ਉਹ ਚੱਲਦਾ ਗਿਆ ਉਹਨਾਂ ਦਾ ਪ੍ਰੋਟੈਸਟ, ਤਾਂ ਉੱਥੇ ਪੱਕੇ ਤੌਰ ਤੇ ਚੋਣਾਂ ਹੁੰਦੀਆਂ ਰਹੀਆਂ। 1997 ਸ਼ੁਰੂ ਹੋਈਆਂ, ਪੱਕੀਆਂ ਚੋਣਾਂ ਸ਼ੁਰੂ ਹੋ ਚੁੱਕੀਆਂ। ਤੇ ਉਸ ਤੋਂ ਇਲਾਵਾ ਹੁਣ ਲਗਾਤਾਰ ਅਸੀਂ ਦੇਖਦੇ ਹਾਂ ਕਿ ਚੋਣਾਂ ਚੱਲ ਰਹੀਆਂ ਨੇ। ਪਰ ਪੰਜਾਬ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਵਿੱਚ ਇੱਥੇ ਦਾ ਜਿਹੜਾ ਮਾਹੌਲ ਇਹਨਾਂ ਨੇ ਇੱਦਾਂ ਦਾ ਸਿਰਜਿਆ ਹੋਇਆ ਗਾ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਇਹਨਾਂ ਦੇ ਆਪਦੇ ਉਹ ਆ ਗਏ ਪਰਿਵਾਰ ਹੈ, ਉਹਨਾਂ ਦੇ ਵਿੱਚੋਂ ਹੀ ਅੱਗੇ ਜਿਹੜੇ ਪੋਲੀਟੀਕਲ ਲੀਡਰ ਹੈ, ਜਿਹੜੇ ਉੱਥੋਂ ਦੇ ਉਹਨਾਂ ਦੇ ਪਾਰਟੀਆਂ ਨੇ, ਉਹਨਾਂ ਦੇ ਬੱਚੇ ਹੀ, ਉਹਨਾਂ ਦੇ ਰਿਸ਼ਤੇਦਾਰ ਉਹੀ ਅੱਗੇ ਆ ਰਹੇ ਨੇਗੇ। ਉਸ ਚੀਜ਼ ਨੂੰ ਰੱਖਣਾ, ਜੇ ਉਹਨਾਂ ਨੇ ਉਹ ਚੀਜ਼ ਨੂੰ ਰੱਖਣਾ ਗਾ, ਬਣਾਈ ਰੱਖਣਾ, ਤਾਂ ਸਟੂਡੈਂਟਸ ਨੂੰ ਪੋਲੀਟਿਕਸ ਤੋਂ ਦੂਰ ਰੱਖਿਆ ਜਾਂਦਾ ਗਾ। ਕਿਉਂਕਿ ਇਹਦਾ ਕਾਰਨ ਇਹ ਵੀ ਹੈ ਵੀ ਜੇ ਸਟੂਡੈਂਟ ਪੋਲੀਟਿਕਸ ਦੇ ਵਿੱਚ ਆਉਣਗੇ ਤਾਂ ਪਰਿਵਾਰਵਾਦ ਕਿਸੇ ਵੀ ਪਾਰਟੀ ਦੇ ਵਿੱਚ, ਉਹ ਕੋਈ ਵੀ ਹੋਵੇ, ਇਹਦੇ 'ਚ ਅਸੀਂ ਨਹੀਂ ਜਾਵਾਂਗੇ। ਤੇ ਉਹਦੇ 'ਚੋਂ ਪਰਿਵਾਰਵਾਦ ਖਤਮ ਹੋਣ ਦੇ ਬਹੁਤ ਸਾਰੇ ਆਪਾਂ ਉਹ ਲਾ ਸਕਦੇ ਹਾਂਗੇ ਖਾਸ ਇਹ ਆ ਵੀ ਉੱਥੋਂ ਪਰਿਵਾਰਵਾਦ ਖਤਮ ਹੋ ਸਕਦਾ ਗਾ। ਪਰ ਉਹਨਾਂ ਨੇ ਆਪਦੇ ਪਰਿਵਾਰਵਾਦ ਨੂੰ ਬੜਾਵਾ ਦੇਣ ਲਈ ਜਾਂ ਉਹ ਪਾਰਟੀ ਨੂੰ ਆਪਦੇ ਪਰਿਵਾਰ ਤੱਕ ਸੀਮਿਤ ਰੱਖਣ ਲਈ ਸਟੂਡੈਂਟ ਪੋਲੀਟਿਕਸ ਦਾ ਘਾਣ ਕੀਤਾ ਹੋਏਗਾ। ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਜਿਹੜਾ ਇਲੈਕਸ਼ਨ ਆ ਉਹ ਹੋ ਨਹੀਂ ਰਿਹਾ, ਕਾਲਜ ਦੇ ਵਿੱਚ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਜੇ ਆਪਾਂ ਦੇਖਦੇ ਹਾਂਗੇ ਵੀ ਜਿਹੜਾ ਸਭ ਤੋਂ ਵਧੀਆ ਪੜ੍ਹਿਆ ਲਿਖਿਆ ਵਰਗ ਹੈ ਉਹ ਯੂਨੀਵਰਸਿਟੀਆਂ ਦੇ ਵਿੱਚ ਹੈ ਜੀ। ਉਹਨੂੰ ਯੂਨੀਵਰਸਿਟੀ ਦੀ ਸਮਝ ਹੈ, ਉਹਨੂੰ ਲੋਕਾਂ ਦੇ ਮਸਲਿਆਂ ਦੀ ਸਮਝ ਹੈ। ਜਦੋਂ ਅਸੀਂ ਇੱਥੇ ਪੜ੍ਹਦੇ ਆਂਗੇ ਤਾਂ ਤੁਸੀਂ ਇਹ ਲਾ ਲਓ ਵੀ ਜਿਵੇਂ ਹੁਣ ਦੇ ਜਿਹੜੇ ਮਸਲੇ ਆ, ਆਪਾਂ ਕਰੰਟ ਮਸਲਿਆਂ ਦੀ ਗੱਲ ਕਰਦੇ ਹਾਂ, ਰਾਜ ਸਭਾ ਦਾ ਮਸਲਾ ਹੋਵੇ, ਉਹਦੇ ਮੈਂਬਰ ਭੇਜਣ ਦਾ ਮਸਲਾ ਹੋਵੇ, ਤੇ ਆਪਣਾ ਪਾਣੀਆਂ ਦਾ ਮਸਲਾ ਹੋਵੇ, ਕੋਲੇ ਦਾ ਮਸਲਾ ਹੋਵੇ,
ਤੇ ਸਟੂਡੈਂਟ ਹੁਣ ਇੱਥੇ ਆ ਜਾਈਏ ਜੇ ਯੂਨੀਵਰਸਿਟੀ ਲੈਵਲ ਤੇ ਤਾਂ ਫੀਸਾਂ ਦਾ ਮਸਲਾ ਹੋਵੇ, ਹੋਸਟਲਾਂ ਦਾ ਮਸਲਾ ਹੋਵੇ, ਨਵੀਆਂ ਚੀਜ਼ਾਂ ਇਨਫਰਾਸਟ੍ਰਕਚਰ ਦੇਣ ਦਾ ਮਸਲਾ ਹੋਵੇ, ਇਹ ਸਾਰੇ ਮਸਲਿਆਂ ਉੱਤੇ ਸਟੂਡੈਂਟਾਂ ਨੂੰ ਬਾਖੂਬੀ ਜਾਣਦੇ ਆ। ਤੇ ਸਿਰਫ ਇਹੀ ਹੈ ਵੀ ਸਟੂਡੈਂਟ ਨੂੰ ਪੋਲਿਟਿਕਸ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਇਹ ਸਟੂਡੈਂਟ ਅੱਗੇ ਆ ਨਾ ਸਕਣ। ਹੁਣ ਜੇ ਆਪਾਂ ਨਵੀਂ ਪਾਰਟੀ ਦੀ ਗੱਲ ਕਰਦੇ ਹਾਂ ਵੀ ਜਿਹੜੀ ਹੁਣ ਲੋਕ ਕਹਿੰਦੇ ਆ ਵੀ ਬਦਲਾਅ ਆਇਆ, ਤਾਂ ਇਹ ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਸਟੂਡੈਂਟ ਪੋਲਿਟਿਕਸ ਤੋਂ ਨਿਕਲੇ ਹੋਏ ਲੋਕ ਬਹੁਤ ਘੱਟ ਨੇਗੇ, ਮਤਲਬ ਹੋਣੇ ਨਹੀਂ, ਨਾ ਮਾਤਰ ਹੈਗਾ, ਕੋਈ ਵੀ ਨਹੀਂ ਹੋਣਾ। ਫਿਰ ਉਹਦੇ ਨਾਲ ਕੀ ਹੁੰਦਾਗਾ, ਜੇ ਤੁਸੀਂ ਦੇਖਦੇ ਹੋਗੇ ਹੁਣ ਦਾ ਮਾਹੌਲ ਵੀ ਜਦੋਂ ਤੁਹਾਡੇ ਕੋਲ ਸਟੂਡੈਂਟ ਪੋਲਿਟਿਕਸ ਚੋਂ ਨਿਕਲੇ ਹੋਏ ਪੋਲੀਟੀਸ਼ੀਅਨ ਨਹੀਂ ਹੈਗੇ ਤਾਂ ਉਹਨਾਂ ਨੂੰ ਸਮਝ ਕੀ ਹੈ, ਅਸੀਂ ਦੇਖਦੇ ਹਾਂ। ਪਰ ਇਹ ਚਲੋ ਅਸੀਂ ਮੰਨ ਸਕਦੇ ਹਾਂਗੇ ਵੀ ਗਰੀਬ ਪਰਿਵਾਰਾਂ ਤੋਂ ਜਿਹੜੇ ਹੋਣਗੇ ਪੋਲੀਟੀਸ਼ੀਅਨ ਨੇ ਹੁਣ ਨਿਕਲ ਕੇ ਆਏ ਨੇ, ਪਰ ਕੀ ਅਸੀਂ ਉਹਨਾਂ ਦੀ ਸਮਝ ਦੇਖੀ ਹੈ? ਜਦੋਂ ਤੱਕ ਅਸੀਂ ਉਹਨਾਂ ਦੀ ਸਮਝ ਨਹੀਂ ਦੇਖਦੇ ਸਾਨੂੰ ਪੋਲਿਟਿਕਸ ਦਾ ਪਤਾ ਕਿੱਦਾਂ ਲੱਗੂਗਾ ਵੀ ਉਹ ਕਿਹੜੀ ਪੋਲਿਟਿਕਸ ਨਾਲ ਨਾਤਾ ਰੱਖਦੇ ਆ। ਹੁਣ ਉਹ ਪੋਲਿਟਿਕਸ ਚੋਂ ਜਿੱਤ ਤਾਂ ਗਏ ਉਹ ਉਸ ਤੋਂ, ਪਰ ਉਹਨਾਂ ਦਾ ਅੱਗੇ ਫਿਊਚਰ ਕੀ ਹੈ? ਕੀ ਹੁਣ ਉਹਨੂੰ ਇੱਕ ਬੰਦਾ ਕੰਟਰੋਲ ਕਰੂਗਾ? ਹੁਣ ਜਿੱਦਾਂ ਆਪਾਂ ਦੇਖਦੇ ਆਂਗੇ ਵੀ ਜੇ ਆਪ ਪਾਰਟੀ ਦੇ ਕੋਈ ਵੀ ਮੈਂਬਰ ਲਾਣਾਗਾ ਉਹ ਕੇਜਰੀਵਾਲ ਤੋਂ ਬਿਨਾਂ ਨਹੀਂ ਲਾ ਸਕਦਾ। ਇਹ ਚਰਚਾਵਾਂ ਹੋ ਰਹੀਆਂ ਨੇ ਕਿ ਪੰਜਾਬ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਮੀਟਿੰਗ ਕੀਤੀ ਆ। ਹਾਂ, ਉਹੀ ਗੱਲ ਕਰਦੇ ਆ ਨਾ ਵੀ ਹੁਣ ਤੁਸੀਂ ਪੂਰੀ ਪੰਜਾਬ ਦੀ ਜਿਹੜੀ ਉਹ ਹੈਗੀ ਲੀਡਰਸ਼ਿਪ ਹੈ ਉਹਨੂੰ ਤੁਸੀਂ ਸਾਈਡ ਲਾਈਨ ਕਰਕੇ ਦਿੱਲੀ ਦਾ ਮੁੱਖ ਮੰਤਰੀ ਹੈ ਉਹ ਪੰਜਾਬ ਦੇ ਅਧਿਕਾਰੀਆਂ ਨਾਲ ਉਹ ਕਰਦਾ ਗਾ, ਰਿਮੋਟ ਕੰਟਰੋਲ ਹੋ ਰਿਹਾ। ਹਾਂ, ਉਹ ਰਿਮੋਟ ਕੰਟਰੋਲ ਹੋ ਰਿਹਾ, ਬਿਲਕੁਲ ਸੈਂਟਰਲਾਈਜ਼। ਹੁਣ ਇਹ ਚਾਹੇ ਡੀਸੈਂਟਰਿੰਗ ਦੀ ਗੱਲ ਕਰਦੇ ਹੋਣ, ਚਾਹੇ ਮੁੱਦਿਆਂ ਦੀ ਗੱਲ ਕਰਦੇ ਹੋਣ ਪੰਜਾਬ ਦੇ, ਪਰ ਕੰਟਰੋਲ ਤਾਂ ਕਰ ਰਹੇ ਆ ਨਾ, ਉਹਨੂੰ ਰਿਮੋਟ ਚਲਾ ਜਾਏਗਾ ਪੂਰੇ ਪੰਜਾਬ। ਕੇਂਦਰੀਕਰਨ ਕਰ ਰਹੀ ਆਮ ਆਦਮੀ ਪਾਰਟੀ, ਉੱਥੇ ਕੇਂਦਰੀਕਰਨ ਹੋ ਰਿਹਾ ਜਿਹੜਾ ਉਹਦਾ ਸੁਪਰੀਮੋ ਆ। ਉਸ ਤੋਂ ਇਲਾਵਾ ਜਿਹੜੀ ਗੱਲ ਆਪਾਂ ਕਰੀਏ ਸਟੂਡੈਂਟ ਪੋਲਿਟਿਕਸ ਦੀ, ਕਿਉਂਕਿ ਸਟੂਡੈਂਟ ਸਾਰੇ ਮੁੱਦਿਆਂ ਦੇ ਆਪਾਂ ਗੱਲ ਕਰਦਾ ਹੈਗਾ, ਇੱਕ ਸਟੂਡੈਂਟ ਜਦੋਂ ਤੁਸੀਂ ਉਹਨੂੰ ਦੇਖਦੇ ਹੋਗੇ ਅੱਗੇ ਵਧੂਗਾ, ਉਹ ਮੇਨ ਸਟਰੀਮ ਦੀ ਪੋਲਿਟਿਕਸ ਦੇ ਵਿੱਚ ਜਾਂਦਾ ਹੈਗਾ, ਤਾਂ ਉੱਥੇ ਉਹਦਾ ਕੀ ਹੋ, ਤੁਸੀਂ ਉਹਨੂੰ ਦੇਖ ਚੁੱਕੇ ਹੁੰਦੇ ਹੋ ਜੀ, ਤੁਸੀਂ ਉਹਨੂੰ ਦੇਖ ਚੁੱਕੇ ਹੁੰਦੇ ਹੋ ਸਟੂਡੈਂਟ ਨੂੰ ਵੀ ਇਹਦੀ ਪੋਲਿਟਿਕਸ ਕੀ ਆ, ਇਹ ਕਿਹੜੇ ਮੁੱਦਿਆਂ ਤੇ ਲੜਦਾ ਹੈਗਾ, ਠੀਕ ਹੈ, ਇਹਦਾ ਲੋਕਾਂ ਦੇ ਵਿੱਚ ਕੀ ਵਿਵਹਾਰ ਹੈਗਾ, ਤਾਂ ਉਹਨੂੰ ਦੇਖ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ। ਜਦ ਕਿ ਹੁਣ ਹੋਇਆ ਕੀ ਆ, ਜਿਨ੍ਹਾਂ ਬੰਦਿਆਂ ਨੂੰ ਅਸੀਂ ਨਹੀਂ ਵੀ ਜਾਣਦੇ, ਜਿਹੜੇ ਬੰਦੇ ਨੇ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਪੋਲਿਟਿਕਸ ਜੁਆਇਨ ਕੀਤੀ ਸੀਗੀ, ਉਹ ਬੰਦਾ ਜਿੱਤ ਗਿਆ। ਹੁਣ ਤੁਸੀਂ ਉਹਦੇ ਤੋਂ ਕੀ ਅੰਦਾਜ਼ੇ ਲਗਾ ਸਕਦੇ ਹੋ ਵੀ ਉਹ ਬੰਦਾ ਪੋਲਿਟਿਕਸ ਦੇ ਵਿੱਚ ਕਿੱਦਾਂ ਦਾ ਗਾ? ਸਿਰਫ ਇਹ ਨਹੀਂ ਹੈਗਾ ਅਸੀਂ ਚਲੋ ਠੀਕ ਹੈ ਵੀ ਉਹ ਅਨਪੜ੍ਹ ਲੋਕ ਆ ਰਹੇ ਹੈਗੇ, ਗਰੀਬ ਲੋਕ ਆ ਰਹੇ ਹੈਗੇ, ਪਰ ਤੁਸੀਂ ਉੱਥੇ ਪੋਲਿਟਿਕਸ ਕਰਨੀ ਹੈਗੀ, ਨਾ ਕਿ ਤੁਸੀਂ ਆਪਦਾ ਜਿੱਤ ਕੇ ਕਿਸੇ ਹੋਰ ਨੂੰ ਚੀਜ਼ ਉਹ ਫੜਾਉਣੀ ਆ। ਮੰਨ ਲਓ ਮੈਂ ਅੱਜ ਜਿੱਤਿਆਗਾ, ਪਰ ਜਿਹੜਾ ਮੈਨੂੰ ਕੰਟਰੋਲ ਕਰੂਗਾ, ਮੇਰੇ ਆਪਦੇ ਦਿਮਾਗ ਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੈਗੀ, ਮੇਰੇ ਆਪਦੇ ਦਿਮਾਗ ਦੇ ਵਿੱਚ ਇਹ ਆਈਡੀਆ ਹੀ ਨਹੀਂ ਹੈਗਾ ਵੀ ਮੈਂ ਕਰਨਾ ਕੀ ਆ। ਜਦੋਂ ਤੱਕ ਤੁਸੀਂ ਆਪਦੇ ਦਿਮਾਗ ਨੂੰ ਖੁਦ ਕੰਟਰੋਲ ਨਹੀਂ ਕਰ ਸਕਦੇ, ਤੁਹਾਡੀ ਆਪਦੀ ਪੋਲਿਟਿਕਸ ਨਹੀਂ ਹੈਗੀ, ਤਾਂ ਫਿਰ ਇਹ ਤੁਸੀਂ ਇਹ ਲਾ ਸਕਦੇ ਹੋ ਵੀ ਇੱਕ ਗੁਲਾਮੀ ਵਾਲਾ ਕੰਮ ਆ, ਵੀ ਤੁਹਾਨੂੰ ਕੋਈ ਚਲਾਊਗਾ, ਤੁਸੀਂ ਇੱਕ ਪਪਟ ਬਣ ਜਾਂਦੇ ਹੋਗੇ। ਉਸ ਤੋਂ ਇਲਾਵਾ ਜੇ ਸਟੂਡੈਂਟ ਇੱਥੋਂ ਪੋਲਿਟਿਕਸ ਤੋਂ ਨਿਕਲਦੇ ਹੈਗੇ ਤਾਂ ਤੁਸੀਂ ਮੰਨ ਕੇ ਚਲੋ ਵੀ ਇੱਕ ਸਟੂਡੈਂਟ ਇੱਥੇ ਗ੍ਰੈਜੂਏਸ਼ਨ ਦੇ ਵਿੱਚ ਆਉਂਦਾ ਗਾ, ਮਾਸਟਰ ਦੇ ਵਿੱਚ ਆਉਂਦਾ ਗਾ, ਤਾਂ ਜਦੋਂ ਤੱਕ ਉਹ PhD ਕਰਦਾ ਗਾ, ਸਾਰੇ ਨਹੀਂ ਕਰਦੇ ਹੋਣੇ ਪਰ ਮੋਸਟਲੀ PhD ਕਰਦੇ ਹੈਗੇ, ਤਾਂ ਉਹ 5-6 ਸਾਲਾਂ ਦੇ ਵਿੱਚ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਉਹਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਸਾਡੇ ਪੰਜਾਬ ਦੀ ਪੋਲਿਟਿਕਸ, ਸਾਡੇ ਹਰਿਆਣਾ, ਸਾਡੇ ਦੇਸ਼ ਦੀ ਪੋਲਿਟਿਕਸ, ਉਹਨੂੰ ਪਤਾ ਚੱਲ ਜਾਂਦਾ ਵੀ ਕਿੰਨਾ ਕੁ ਕਿੱਥੇ ਪੋਲਿਟਿਕਸ ਖੜੀ ਆ, ਸਾਨੂੰ ਕਿੱਥੇ ਕਿੱਥੇ ਕੰਮ ਕਰਨ ਦੀ ਲੋੜ ਹੈ। ਕਿਉਂਕਿ ਸਟੂਡੈਂਟ ਜਥੇਬੰਦੀਆਂ ਨੇ ਉਹ ਇਕੱਲੇ ਯੂਨੀਵਰਸਿਟੀ ਦੇ ਵਿੱਚ ਨਹੀਂ, ਬਾਹਰ ਜਾ ਕੇ ਵੀ ਕੰਮ ਕਰਦੀਆਂ ਨੇ। ਤੁਸੀਂ ਕਿਸਾਨ ਅੰਦੋਲਨ ਲਾ ਲਓ, ਤੁਸੀਂ ਹੋਰ ਅੰਦੋਲਨ ਲਾ ਲਓ, ਠੀਕ ਹੈ, ਜਿੰਨੇ ਵੀ ਆਪਾਂ ਕੋਈ ਬਹੁਤ ਘੱਟ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਵੀ ਬਾਹਰ ਕੀ ਚੱਲ ਰਿਹਾ। ਜਿੰਨੀ ਸ਼ਮੂਲੀਅਤ ਪੰਜਾਬੀ ਯੂਨੀਵਰਸਿਟੀ ਤੋਂ, ਠੀਕ ਹੈ, ਇਸ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਹੋਈ ਆ, ਉਹ ਵੀ ਸਟੂਡੈਂਟ ਸੀਗੇ। ਇੱਕ ਵੱਡੀ ਭਾਗੀਦਾਰੀ ਸੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ। ਇਹਦੇ ਨਾਲ ਇਹੀ ਹੈ ਵੀ ਜਿਹੜੇ ਇਲੈਕਸ਼ਨ ਹੈਗੇ ਇਹਨਾਂ ਨੂੰ ਹੋਲਡ ਕਰਨ ਦਾ ਕੰਮ ਸਰਕਾਰਾਂ ਦਾ ਸਿਰਫ ਇਹੀ ਹੈ ਵੀ ਇਹਨਾਂ ਨੂੰ ਲਿਮਟ ਕੀਤਾ ਜਾਵੇ ਤਾਂ ਕਿ ਮੇਨ ਸਟਰੀਮ ਦੇ ਵਿੱਚ ਨਾ ਆ ਸਕਣ। ਹੁਣ ਤੁਸੀਂ ਇੱਥੇ ਬਹੁਤ ਸਾਰੇ ਜਿਵੇਂ ਆਪਾਂ ਪ੍ਰੋਫੈਸਰ ਚੰਦੂ ਮਾਜਰਾ ਜੀ ਹੋ ਗਏ, ਤੇ ਉਧਰੋਂ ਕੁਲਜੀਤ ਨਾਗਰਾ ਹੋ ਗਏ, ਬੰਟੀ ਰਮਾਣਾ ਹੋ ਗਿਆ, ਗੋਲਡੀ ਹੋ ਗਏ, ਵਰਿੰਦਰ ਢਿੱਲੋਂ ਹੋ ਗਿਆ, ਕਈ ਵੱਡੇ ਨਾਮ ਨੇ। ਉਸ ਤੋਂ ਇਲਾਵਾ ਜੇ ਤੁਸੀਂ ਨੈਸ਼ਨਲ ਪੱਧਰ ਤੇ ਦੇਖੋਗੇ ਤਾਂ ਕਨਈਆ ਕੁਮਾਰ, ਅਰੁਣ ਜੇਤਲੀ ਹੋ ਗਏ, ਵੀ ਮੋਸਟਲੀ ਚਲੋ ਇਹ ਕਹਿ ਸਕਦੇ ਵੀ ਇਹ ਉਹਨਾਂ ਚਿਹਰਿਆਂ ਚੋਂ ਨੇਗੇ ਜਿਹੜੇ ਨਿਕਲ ਕੇ ਆਏ ਨੇਗੇ, ਠੀਕ ਹੈ। ਇਹ ਜਾ ਕਿੱਧਰ ਨੂੰ ਰਹੇ ਨੇ ਉਹ ਬਾਅਦ ਦੀਆਂ ਗੱਲਾਂ ਨੇਗੀਆਂ, ਉਹ ਫਰਦਰ ਡਿਸਕਸ਼ਨ ਦਾ ਟੌਪਿਕ ਹੈ। ਪਰ ਹੁਣ ਲੀਡਰ ਇਹ ਕਹਿ ਰਹੇ ਕਿ ਸਟੂਡੈਂਟਾਂ ਦਾ ਕੰਮ ਇਕੱਲਾ ਪੜ੍ਹਨਾ ਹੀ ਹੈ, ਰਾਜਨੀਤੀ ਇੱਕ ਵੱਖਰਾ ਵਿਸ਼ਾ ਹੈ ਤੇ ਸਟੂਡੈਂਟ ਤੇ ਪੜ੍ਹਨ ਤੇ ਆਪਣੀ ਨੌਕਰੀ ਲਈ ਜਾਣ ਬਸ। ਇਹ ਦੇਖੋ, ਇਹ ਜਿਹੜਾ ਡਿਸਕੋਰਸ ਹੈ ਇਹ ਬਹੁਤ ਸਮੇਂ ਤੋਂ ਚਲਾਇਆ ਜਾਂਦਾ ਗਾ, ਹਰ ਮੁੱਦੇ ਦੇ ਉੱਤੇ ਚਲਾਇਆ ਜਾਂਦਾ, ਅਲੱਗ-ਅਲੱਗ ਮੁੱਦਿਆਂ ਨੂੰ ਅਲੱਗ-ਅਲੱਗ ਕਰਨ ਦੇ ਲਈ ਚਲਾਇਆ ਜਾਂਦਾ ਗਾ। ਪਰ ਕੀ ਹੈ, ਹੁਣ ਜੇ ਤੁਸੀਂ ਸਟੂਡੈਂਟ ਨੂੰ ਪੋਲਿਟਿਕਸ ਤੋਂ ਵੱਖਰਾ ਕਰ ਦੋਗੇ, ਠੀਕ ਹੈ, ਭਗਤ ਸਿੰਘ ਕਹਿੰਦੇ ਕਿ ਸਟੂਡੈਂਟ ਪੋਲਿਟਿਕਸ ਤੋਂ ਬਿਨਾਂ ਕੁਝ ਨਹੀਂ ਹੈਗਾ, ਠੀਕ ਹੈ। ਅੰਬੇਦਕਰ ਕਹਿੰਦੇ ਹੈਗੇ ਵੀ ਪੜ੍ਹੋ
ਇਕੱਠੇ ਹੋਵੋ ਤੇ ਪ੍ਰੋਟੈਸਟ ਕਰੋ। ਤਾਂ ਉਹ ਕੀ ਆ, ਉਹ ਪੋਲਿਟਿਕਸ ਹੈ ਇੱਕ, ਵੀ ਜੇ ਤੁਸੀਂ ਪੋਲਿਟਿਕਸ ਨਹੀਂ ਸਿੱਖਦੇ ਤਾਂ ਤੁਹਾਡੇ ਹੱਥ ਬਸ ਕੁਝ ਨਹੀਂ ਹੈਗਾ। ਅਸੀਂ ਹੁਣ ਮੈਂ ਤੁਹਾਨੂੰ ਆਪਦੀ ਐਗਜ਼ਾਮਪਲ ਦਿੰਦਾ, ਮੈਂ ਅਸਿਸਟੈਂਟ ਪ੍ਰੋਫੈਸਰ ਦਾ ਜਿਹੜਾ ਆਪਣਾ ਕਾਲਜ ਕੇਡਰ ਦਾ ਟੈਸਟ ਆ ਉਹ ਮੇਰਾ ਕਲੀਅਰ ਹੈ ਜੀ, ਠੀਕ ਹੈ, ਤੇ ਉਹ ਭਰਤੀ ਸਾਡੀ ਕੋਰਟ ਦੇ ਵਿੱਚ ਲਟਕੀ ਹੋਈ ਆ। ਹੁਣ ਉਹ ਲਟਕੀ ਕਿਉਂ ਆ, ਉਹ ਵੀ ਪੋਲਿਟਿਕਸ ਹੈ। ਉਹ ਪੋਲਿਟਿਕਸ ਨੂੰ ਜੇ ਸਟੂਡੈਂਟ ਅਸੀਂ ਨਹੀਂ ਸਮਝਾਂਗੇ ਤਾਂ ਹੋਰ ਕੌਣ ਸਮਝੂਗਾ। ਹੁਣ ਜੇ ਇਹ ਸਾਨੂੰ ਵੱਖਰਾ ਕਰ ਦੇਣਗੇ, ਮੰਨ ਲਓ ਵੀ ਤੁਸੀਂ ਪੜ੍ਹਨਾ, ਅਸੀਂ ਪੜ੍ਹ ਲਏ, ਪੜ੍ਹ ਕੇ ਕਰਨਾ ਕੀ ਆ ਜੀ, ਸਾਡੇ ਇੱਥੇ ਪ੍ਰੋਫੈਸਰ ਆ ਗਏ, ਸਾਡਾ ਇੱਥੇ ਜਿਹੜਾ ਸਟੇਟ ਹੈ, ਸਾਡੀ ਗਵਰਨਮੈਂਟ ਹੈ, ਉਹ ਸਾਨੂੰ ਇਹ ਸਿਖਾਉਂਦੀਆਂ ਨਾ ਵੀ ਤੁਸੀਂ ਸਟੂਡੈਂਟ ਦਾ ਕੰਮ ਸਿਰਫ ਪੜ੍ਹਨਾ, ਪਰ ਅਸੀਂ ਪੜ੍ਹ ਕੇ ਕਰਾਂਗੇ ਕੀ। ਮੰਨ ਲਓ ਤੁਸੀਂ ਸਾਨੂੰ ਜੌਬ ਨਹੀਂ ਦੇ ਰਹੇ, ਤਾਂ ਫਿਰ ਉਹ ਜੌਬ ਦੇ ਵਾਸਤੇ ਲੜਨਾ ਤੇ ਉਹਨੂੰ ਪੜ੍ਹ ਕੇ ਸਾਨੂੰ ਉਹਨੂੰ ਹੈਂਡਲ ਕਰਨਾ, ਸਰਕਾਰ ਕਿਵੇਂ ਚੱਲਦੀ ਹੈ, ਕਿਵੇਂ ਕੰਮ ਕਰਦੀ ਆ, ਉਹ ਚੀਜ਼ਾਂ ਨਾਲ ਤਾਂ ਸਾਨੂੰ ਡੀਲ ਕਰਨਾ ਪੈਣਾ ਨਾ। ਜੇ ਅਸੀਂ ਉਹ ਚੀਜ਼ਾਂ ਨਾਲ ਡੀਲ ਕਰਨਾ ਚਾਹੁੰਦੇ ਆ ਤਾਂ ਸਾਨੂੰ ਪੋਲਿਟਿਕਸ ਕਰਨੀ ਪਊਗੀ। ਯੂਨੀਵਰਸਿਟੀ ਦਾ ਪੱਧਰ ਦੇਖ ਲਓ ਕਿੰਨਾ ਨੀਵਾਂ ਡਿੱਗਦਾ ਜਾ ਰਿਹਾ। ਪਿਛਲੇ ਲਾਸਟ ਟਾਈਮ ਜਿਹੜੀ ਬਹੁਤ ਪੁਰਾਣੀ ਐਗਜ਼ਾਮਪਲ ਨਹੀਂ ਦਿੰਦਾ, ਹੁਣ ਤੋਂ 6-7 ਮਹੀਨੇ ਦੀ ਪਹਿਲਾਂ ਦੀ ਗੱਲ ਹੈ, ਜਿਹਦੇ ਵਿੱਚ ਨਵੇਂ ਕੋਰਸ ਜਿਹੜੇ 5 ਈਅਰ ਇੰਟੀਗ੍ਰੇਟਡ ਕੋਰਸ ਹੈ ਉਹ ਚਲਾਏ ਗਏ ਤੇ ਉਹਨਾਂ ਦੀਆਂ ਫੀਸਾਂ ਕਾਫੀ ਪੱਧਰ ਤੇ ਜ਼ਿਆਦਾ ਸੀ ਬਾਕੀ ਕੋਰਸਸ ਨਾਲ। ਤੇ ਫਿਰ ਉੱਥੇ ਸਟੂਡੈਂਟ, ਮੰਨ ਲਓ ਅਸੀਂ ਪੋਲਿਟਿਕਸ ਕਰਦੇ ਹਾਂ, ਸਾਨੂੰ ਪਤਾ ਵੀ ਕਿੱਦਾਂ, ਤੇ ਅਸੀਂ ਉੱਥੇ ਧਰਨਾ ਲਾਇਆ, ਆਪਣੀ ਪੋਲਿਟਿਕਸ ਦੇ ਅਦਾਰੇ ਦੇ ਅੰਡਰ ਆ ਕੇ ਉਹ ਸਭ ਕੁਝ ਕੀਤਾ ਤੇ ਫੀਸਾਂ ਦਾ ਜਿਹੜਾ ਘਾਟਾ ਹੋ ਸੀਗਾ ਉਹਨਾਂ ਨੂੰ ਘਟਾਉਣ ਦਾ ਜਿੰਨਾ ਹੋ ਸਕਦਾ ਸੀ ਸਾਡੇ ਕੋਲੋਂ, ਅਸੀਂ ਉਹਨਾਂ ਨੂੰ ਉਹ ਕੀਤਾ। ਉਸ ਤੋਂ ਇਲਾਵਾ ਹੁਣ ਤੁਸੀਂ ਇਹ ਚੀਜ਼ਾਂ ਨੇਗੀਆਂ, ਇਹ ਸਿਰਫ ਸਟੂਡੈਂਟ ਜੇ ਪੋਲਿਟਿਕਸ ਕਰਦੇ ਆ ਤਾਂ ਹੀ ਹੋ ਸਕਦੇ ਨੇ, ਪੜ੍ਹਾਈ ਨਾਲ ਨਹੀਂ ਹੋ ਸਕਦੇ। ਪੜ੍ਹਾਈ ਤੋਂ ਅਸੀਂ ਸਿਰਫ ਸਿੱਖ ਸਕਦੇ ਹਾਂਗੇ ਵੀ ਅਸੀਂ ਪੜ੍ਹਾਈ ਆ ਜਿਹੜੀ ਸਾਡੀ, ਜੇ ਤੁਸੀਂ ਪੜ੍ਹਾਈ ਨੂੰ ਲਿਮਟ ਕਰੋਗੇ ਸਾਡੇ ਟੈਸਟਾਂ ਤੱਕ ਤੇ ਸਾਡੇ ਉਹਦੇ ਤੱਕ ਵੀ ਹਾਂ ਨੌਕਰੀਆਂ ਤੱਕ, ਤਾਂ ਫਿਰ ਜਿਹੜੇ ਸਟੂਡੈਂਟ ਦੀ ਬੁੱਧੀ ਆ ਨਾ ਉਹ ਕਦੇ ਵੀ ਵੱਧ ਨਹੀਂ ਸਕਦੀ। ਤੇ ਜਿਹੜੀਆਂ ਇਹ ਸਰਕਾਰਾਂ ਨੇ, ਇਹ ਲੋਕ ਨੇ ਜਿਹੜੇ ਸਾਨੂੰ ਦਬਾ ਕੇ ਤੇ ਅਲੱਗ ਕਰਕੇ ਰੱਖਣਾ ਚਾਹੁੰਦੇ ਨੇ ਸਟੂਡੈਂਟ ਨੂੰ, ਤਾਂ ਇਹ ਕਦੇ ਵੀ ਨਹੀਂ ਹੋਊ। ਉਸ ਤੋਂ ਇਲਾਵਾ ਮੈਂ ਇੱਕ ਐਗਜ਼ਾਮਪਲ ਹੋਰ ਦੇਣਾ ਚਾਹੁੰਦਾ ਵੀ ਹੁਣ ਜੇ ਆਪਾਂ ਇਹ ਦੇਖੀਏ ਵੀ ਸਟੂਡੈਂਟ ਦਾ ਯੂਨੀਵਰਸਿਟੀ ਦੇ ਵਿੱਚ ਆਉਣ ਦਾ ਮੁੱਖ ਕਾਰਨ ਕੀ ਹੈ, ਉਹ ਪੜ੍ਹਾਈ ਹੈ, ਠੀਕ ਹੈ। ਉੱਥੋਂ ਤੱਕ ਜੇ ਤੁਸੀਂ ਉਹਨੂੰ ਲਿਮਟ ਕਰਤਾ ਤਾਂ ਤੁਸੀਂ ਅੱਗੇ ਕਿੱਧਰ ਨੂੰ ਨਿਕਲੋਗੇ, ਅੱਗੇ ਤੁਹਾਡੀ ਸੇਧ ਕੀ ਹੈ। ਜਿਹੜੀ ਸਟੂਡੈਂਟ ਪੋਲਿਟਿਕਸ ਆ ਉਹਨੇ ਤੁਹਾਨੂੰ ਸੇਧ ਦੇਣੀ ਹੁੰਦੀ ਹੈਗੀ। ਹੁਣ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਜਿਹੜੇ ਸਾਡੇ ਸਟੂਡੈਂਟ ਆ ਉਹ ਡਾਇਰੈਕਸ਼ਨ ਲੈਸ ਨੇਗੇ, ਠੀਕ ਹੈ, ਵੀ ਉਹਨਾਂ ਨੂੰ ਪਤਾ ਨਹੀਂ ਵੀ ਜਾਣਾ ਕਿੱਧਰ ਹੈ। ਸਟੂਡੈਂਟ ਇੱਥੇ ਆ ਤਾਂ ਜਾਂਦੇ ਹੈਗੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿੱਧਰ ਜਾਣਾ। ਮੰਨ ਲਓ ਸਟੂਡੈਂਟ ਪੋਲਿਟਿਕਸ ਤੁਹਾਨੂੰ ਬਹੁਤ ਸਾਰੇ ਰਾਹ ਉਹ ਕਰਕੇ ਦਿੰਦੀ ਆ, ਖੋਲ ਕੇ ਦਿੰਦੀ ਆ। ਮੰਨ ਲਓ ਓਪਰਚੁਨਿਟੀਜ਼ ਇੰਨੀਆਂ ਕੁ ਦਿੰਦੀ ਆ, ਤੁਹਾਨੂੰ ਸਿੱਖਣ ਦਾ ਮੌਕੇ ਬਹੁਤ ਜ਼ਿਆਦਾ ਦਿੰਦੀ ਹੈਗੀ। ਇਹਨਾਂ ਮੌਕਿਆਂ ਦੇ ਵਿੱਚੋਂ ਹੀ ਤੁਸੀਂ ਆਪਣੇ ਆਪ ਨੂੰ ਨਿਖਾਰਨਾ ਹੁੰਦਾ ਗਾ। ਉਹ ਨਿਖਰੇ ਹੋਏ ਜਿਹੜੇ ਤੁਹਾਡੇ ਉਹ ਨੇਗੇ, ਆਪਣੇ ਦਿਮਾਗ ਦੀ ਸਮਝ ਹੈ, ਉਹ ਤੁਸੀਂ ਅੱਗੇ ਨੂੰ ਲੈ ਕੇ ਜਾਣੀ ਹੁੰਦੀ ਹੈਗੀ। ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਜਾਓ, ਉਹ ਉਸਦੀ ਆਪਦੀ ਸਮਝ ਹੋਊਗੀ ਉਹ ਕਿੱਧਰ ਨੂੰ ਜਾਣਾ ਚਾਹੁੰਦਾ ਹੈਗਾ। ਪਰ ਉੱਥੇ ਜਾ ਕੇ ਜਿਹੜਾ ਕੁਛ ਉਹਨੇ ਇੱਥੋਂ ਸਿੱਖਿਆ ਹੈਗਾ, ਜੇ ਉਹ ਸਿੱਖਿਆ ਹੋਇਆ ਉੱਥੇ ਜਾ ਕੇ ਅਪਲਾਈ ਹੁੰਦਾ ਤਾਂ ਸਾਡੇ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਉਹ ਆਪਣੇ ਆਪ ਨਿਖਰ ਕੇ ਆਊਗੀ। ਨਾ ਕਿ ਕੋਈ ਪਾਰਟੀ ਆ ਕੇ ਕਹੇ ਵੀ ਹਾਂ ਅਸੀਂ ਤੁਹਾਡੇ ਪੰਜਾਬ ਨੂੰ ਬਹੁਤ ਵਧੀਆ ਤੇ ਉੱਚਾ ਬਣਾਵਾਂਗੇ। ਤਾਂ ਇਹ ਨਹੀਂ ਹੋ ਸਕਦਾ ਜਦੋਂ ਤੱਕ ਤੁਹਾਡੇ ਜਿੱਥੇ ਤੁਸੀਂ ਜੰਮੇ ਹੋ ਉੱਥੋਂ ਦੇ ਲੋਕ ਉਹਨਾਂ ਨੂੰ ਆਪਦੀ ਸਮਝ ਬਣਾ ਕੇ ਅੱਗੇ ਨਹੀਂ ਤੁਰਨਗੇ, ਉਦੋਂ ਤੱਕ ਕੋਈ ਵੀ ਬੰਦਾ, ਤੀਜਾ ਬੰਦਾ ਆ ਕੇ ਸਾਡੇ ਦਰਦ ਨੂੰ, ਸਾਡੀ ਮਿੱਟੀ ਨੂੰ, ਸਾਡੇ ਸਮਾਜ ਨੂੰ ਉਹ ਸਮਝ ਨਹੀਂ ਸਕਦਾ। ਵਿਦਿਆਰਥੀ ਚੋਣਾਂ ਰੋਕਣ ਦੇ ਵਿੱਚ ਯੂਨੀਵਰਸਿਟੀ ਤੇ ਕਾਲਜਾਂ ਦੀ ਕੋਈ ਭੂਮਿਕਾ ਹੈ, ਇੱਥੋਂ ਦੀ ਮੈਨੇਜਮੈਂਟ ਦੀ ਕੋਈ? ਨਹੀਂ, ਇਹਦੇ ਵਿੱਚ ਤਾਂ ਦੇਖੋ ਯੂਨੀਵਰਸਿਟੀਆਂ ਦਾ ਜਿਹੜਾ ਉਹ ਹੁੰਦਾ ਗਾ, ਮੰਨ ਲਓ ਵੀ ਇਹਨਾਂ ਨੇ ਤਾਂ ਸਿਰਫ ਇਹ ਲਿਖ ਕੇ ਦੇਣਾ ਹੁੰਦਾ ਗਾ ਮੋਸਟਲੀ, ਜਿਹੜਾ ਇਹਨਾਂ ਦਾ ਮੰਨ ਲਓ ਵੀ ਇਹਨਾਂ ਨੇ ਬਣਾ ਕੇ ਦਿੱਤਾ ਹੁੰਦਾ ਜਿੰਨਾ ਕਿ ਇਹਨਾਂ ਦਾ ਉਹ ਅੰਡਰ ਆਉਂਦਾ, ਜਿੰਨਾ ਕਿ ਇਹਨਾਂ ਦੇ ਪ੍ਰੋਸੀਜਰ ਅੰਡਰ ਆਉਂਦਾ। ਯੂਨੀਵਰਸਿਟੀ ਜਿੰਨੇ ਦੇ ਅੰਡਰ ਦੇ ਕਾਲਜ ਆਉਂਦੇ ਆ ਉਹਨਾਂ ਸਾਰਿਆਂ ਦਾ ਯੂਨੀਵਰਸਿਟੀ ਦਾ ਇਹ ਹੁੰਦਾ ਗਾ ਵੀ ਉਹਨੇ ਇਲੈਕਸ਼ਨ ਕਰਵਾਉਣੇ ਆ ਤੇ ਨਹੀਂ ਕਰਵਾਉਣੇ, ਇਹ ਬੋਡੀ ਆ ਸਿਰਫ। ਮੰਨ ਲਓ ਜਦੋਂ ਸਰਕਾਰ ਨੇ ਇੱਕ ਵਾਰ ਇਹਨਾਂ ਨੂੰ ਇੰਪੋਜ਼ ਕਰਤਾ ਤੇ ਯੂਨੀਵਰਸਿਟੀਆਂ ਉਹਦੇ 'ਚ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਉਹਨੂੰ ਰਜਿਸਟਰ ਕਰ ਸਕਦੀਆਂ ਨੇਗੀਆਂ। ਤਾਂ ਇਹਨਾਂ ਨੂੰ ਇਹ ਆ ਵੀ ਜੇ ਪੋਲਿਟਿਕਸ ਉਹ ਸਟੂਡੈਂਟ ਇਲੈਕਸ਼ਨ ਹੋ ਰਹੇ ਆ ਤੇ ਸਰਕਾਰ ਉਦੋਂ ਹੀ ਸੀਗਾ, ਮੰਨ ਲਓ ਅਸੀਂ 2018 ਦੇ ਵਿੱਚ ਗੱਲ ਹੋਈ ਹੈਗੀ ਤਾਂ ਉਹ ਕਹਿੰਦੇ ਸੀ ਵੀ ਹਾਂ ਵੀ ਇਲੈਕਸ਼ਨ ਸ਼ੁਰੂ ਕਰਵਾਵਾਂਗੇ, ਤਾਂ ਅਸੀਂ ਫਿਰ ਇੱਥੇ ਮੰਗ ਪੱਤਰ ਦਿੱਤੇ, ਠੀਕ ਹੈ। ਇੱਥੋਂ ਦਾ ਹੁਣ ਅਸੀਂ ਇਹਨਾਂ ਨੂੰ ਮੰਗ ਪੱਤਰ ਦੇ ਜਾਈਏ ਜਿੰਨੇ ਮਰਜ਼ੀ ਹੋ ਗਏ, ਪਰ ਜਦੋਂ ਤੱਕ ਸਰਕਾਰ ਨਹੀਂ ਆਪਦਾ ਉਹ ਕਰਦੀ, ਹੁਣ ਉਹਨਾਂ ਵਾਅਦਿਆਂ 'ਚ ਆਪਾਂ ਲਾ ਲਈਏ ਕਿੰਨੇ ਹੀ ਵਾਅਦੇ ਆ ਜਿਹੜੇ ਝੂਠੇ ਪਏ ਆ। ਕੈਪਟਨ ਸਾਹਿਬ ਨੇ ਜਿੰਨੇ ਮਰਜ਼ੀ ਵਾਅਦੇ ਕੀਤੇ ਆ, ਹੁਣ ਤੁਸੀਂ ਲੇਟੈਸਟ ਜਿਹੜੀ ਸਰਕਾਰ ਹੈ ਉਹਦੇ ਵਾਅਦੇ ਲਾ ਲਓ, ਉਹਦੇ ਬਾਰੇ ਕਿੰਨੇ ਕੁ, ਹੁਣ ਮੰਨ ਲਓ ਵੀ ਜਿਹੜਾ ਬਿਜਲੀ ਵਾਲਾ ਸੀ 300 ਯੂਨਿਟ ਹਾਂ ਮੁਫਤ ਦੇਵਾਂਗੇ, ਸਿੱਖਿਆ ਦਾ ਉਹ ਸੀਗਾ ਵੀ ਅਸੀਂ ਪੜ੍ਹਾਈ ਉਹਦੇ PhD ਤੱਕ ਕੁੜੀਆਂ ਦੀ ਲਾ ਲਓ, ਉਹ ਵਾਅਦਾ ਲਾ ਲਓ, ਉਹ ਲਾ ਲਓ, ਫ੍ਰੀ ਇਲਾਜ। ਤੇ ਹੁਣ ਤੁਸੀਂ ਮੈਂ ਇਹ ਦੇਖਿਆ ਵੀ ਸ਼ੁਰੂ ਚ ਜਦੋਂ ਸਰਕਾਰ ਆਈ ਆ, ਇਹਨਾਂ ਦੇ ਜਿਹੜੇ MLA ਸੀਗੇ ਉਹ ਸਰਕਾਰੀ ਹਸਪੀਟਲ, ਸਰਕਾਰੀ ਸਕੂਲਾਂ ਦੇ ਵਿੱਚ ਜਾਂਦੇ ਆ। ਉੱਥੇ ਜੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ, ਤੁਸੀਂ ਕਿੱਦਾਂ ਟੀਚਰ ਨੂੰ ਬਲੇਮ ਕਰ ਸਕਦੇ ਹੋ, ਕਿਸੇ ਡਾਕਟਰ ਨੂੰ ਬਲੇਮ ਕਰ ਸਕਦੇ ਹੋ
ਵੀ ਤੁਸੀਂ ਆਹ ਨਹੀਂ ਕਰਦੇ, ਤੁਸੀਂ ਆਹ ਨਹੀਂ ਕਰਦੇ। ਤੁਸੀਂ ਇੱਕ ਹੋਰ ਗੱਲ ਦੇਖੋ, ਮੰਨ ਲਓ ਸਾਡੇ ਇੱਥੇ ਇਹ ਨਹੀਂ ਹੈਗਾ ਵੀ ਤੁਸੀਂ ਨਵਾਂ ਸਿਸਟਮ ਉਸਾਰਨਾ ਗਾ। ਜਿਹੜਾ ਪੁਰਾਣਾ ਸਿਸਟਮ ਆ ਨਾ, ਮੰਨ ਲਓ ਜਿਹੜਾ ਸਾਡੇ ਕੋਲ ਸਰਕਾਰੀ ਸਿਸਟਮ ਪਿਆ ਗਾ, ਉਹਨੂੰ ਖਰਾਬ ਕਰਨ ਤੇ ਪ੍ਰਾਈਵੇਟਾਈਜੇਸ਼ਨ ਨੂੰ ਬੜਾਵਾ ਦੇਣਾ ਬਾਖੂਬੀ ਤੌਰ ਤੇ ਇਹ ਕਰ ਰਹੇ ਨੇਗੇ। ਆਪਾਂ ਜਿਹੜਾ ਪੌਦਾ ਪਾਣੀ ਵਾਲਾ ਮਸਲਾ ਲਾ ਲਓ, ਉਹਦੇ ਤੇ ਕਿੰਨਾ ਕੁ ਬੋਲੀ ਆ ਸਰਕਾਰ, BBM ਤੇ ਜਿਹੜਾ ਕੋਲਾ ਘਟਾਓ, ਕੋਲੇ ਵਾਲਾ ਹੋਇਆਗਾ ਮਸਲਾ, ਉਹਦੇ ਕਿੰਨਾ ਕੁ ਬੋਲੀ ਆ ਇਹ। ਉਸ ਤੋਂ ਮੁੜ ਕੇ ਚੰਡੀਗੜ੍ਹ ਖੁੱਸਣ ਦਾ ਸਾਨੂੰ ਕਿੱਡਾ ਬੜਾ ਘਾਟਾ ਹੈਗਾ, ਉਹਦੇ ਤੇ ਕਿੰਨਾ ਕੁ ਬੋਲੀ ਆ ਸਰਕਾਰ। ਜਦ ਕਿ ਗੁਜਰਾਤ ਦੇ ਵਿੱਚ ਪ੍ਰਚਾਰ ਕਰ ਰਿਹਾ ਆਪਣਾ ਮੁੱਖ ਮੰਤਰੀ, ਤੇ ਇੱਧਰ ਹਿਮਾਚਲ 'ਚ ਵੀ ਉਹਨੂੰ ਜਾ ਰਹੇ ਆ। ਤੇ ਹੁਣ ਤੁਸੀਂ ਇਹਦੇ ਨਾਲ ਲਾ ਸਕਦੇ ਵੀ ਇਹਨਾਂ ਦਾ ਵੀ ਕੋਈ ਉਹ ਨਹੀਂ ਹੈਗਾ, ਉਹਦੇ ਵਾਅਦੇ ਆ ਜਿਹੜੇ ਉੱਥੇ ਹੀ ਰਹਿ ਜਾਣੇ ਆ। ਜਿਹੜਾ ਹੁਣ ਲਵਲੀ ਤੋਂ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਭੇਜਿਆ, ਤਾਂ ਹੁਣ ਇੱਥੋਂ ਕੀ ਲੱਗਦਾ ਸਾਨੂੰ ਵੀ ਇਹ ਪੰਜਾਬੀ ਯੂਨੀਵਰਸਿਟੀ ਨੂੰ ਉੱਚਾ ਚੁੱਕਣ ਦਾ ਉਹ ਕਰ ਰਹੇ ਆ, ਸਤਰ ਉੱਤੇ ਚੁੱਕਣਗੇ। ਪਰ ਹੁਣ ਤੁਸੀਂ ਇੱਕ ਲਾਸਟ ਐਗਜ਼ਾਮਪਲ ਹੋਰ ਸੀ ਵੀ ਜਿਹੜਾ ਆਪਣੇ ਸੁਵਿਧਾ ਕੇਂਦਰਸ ਹੈ, ਉੱਥੋਂ ਦੇ ਜਿਹੜੇ ਉਹ ਆਗੇ ਮਤਲਬ ਕੰਮ ਕਰਨ ਵਾਲੇ ਆ, ਉਹਨਾਂ ਤੋਂ ਸਿੱਧਾ ਜਿਹੜਾ ਉਹਨਾਂ ਦਾ ਹੱਕ ਹੈ ਛੁੱਟੀ ਵਾਲਾ, ਜਿਹੜਾ ਅਸੀਂ ਲੜ ਕੇ ਲਿਆ ਸੀਗਾ, ਜਿਹੜਾ ਇੱਕ ਪ੍ਰੋਟੈਸਟ ਦੇ ਆਧਾਰ ਤੇ, ਲੜਾਈ ਦੇ ਆਧਾਰ ਤੇ ਸਾਨੂੰ ਹਫ਼ਤੇ ਦੇ ਵਿੱਚ ਇੱਕ ਛੁੱਟੀ ਮਿਲੀ ਸੀਗੀ, ਉਹ ਖਤਮ ਕਰ ਰਹੇ ਆ ਉਹ ਵੀ ਸਾਰਾ ਹਫ਼ਤਾ ਖੁੱਲੇ ਰਹਿਣਗੇ ਕੰਮ। ਤੇ ਉਹਨਾਂ ਨੂੰ ਦਿੱਤਾ ਕਿੰਨਾ ਜਾਂਦਾਗਾ, ਕੋਈ ਉਹ ਪੱਕੇ ਆ ਉਹ ਨਹੀਂ, ਕੱਚੇ ਮੁਲਾਜ਼ਮ ਆ ਉਹ। ਤੇ ਉਹ ਕੱਚੇ ਮੁਲਾਜ਼ਮਾਂ ਨੂੰ ਤੁਸੀਂ 7,000 8,000 10,000 12,000 ਇੰਨੇ ਕਿਤੇ ਉਹ ਕੰਮ ਕਰਦੇ ਹੈਗੇ, ਤਾਂ ਫਿਰ ਉਹਨਾਂ ਨੂੰ ਲੁੱਟਿਆ ਜਾ ਰਿਹਾ। ਫਿਰ ਹੁਣ ਕੀ ਕੀਤਾ ਜਾ ਰਿਹਾ ਵੀ ਉਹ ਜਿਹੜੇ ਸਰਕਾਰੀ ਬਣੇ ਹੋਏ ਹੈਗੇ, ਉਹਨਾਂ ਨੂੰ ਕਹਿੰਦੇ ਵੀ ਹਾਂ ਵੀ ਅਸੀਂ ਤੁਹਾਡੇ ਘਰ ਆ ਕੇ ਕੰਮ ਕਰਾਂਗੇ। ਲੋਕਾਂ ਨੂੰ ਇਹ ਜਚਾਇਆ ਜਾ ਰਿਹਾ ਡਿਸਕੋਰਸ ਹੈ ਇਹ। ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਡਿਸਕੋਰਸ ਹੈ ਜਿਹੜਾ, ਇਹ ਇੱਕ ਪਰਿਭਾਸ਼ਾ ਨਾ, ਇਹ ਤੁਹਾਨੂੰ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਜਾਊਗੀ। ਕਿਉਂਕਿ ਜੇ ਤੁਹਾਡੇ ਲੋਕਾਂ ਦੇ ਘਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਕੋਈ ਬੰਦਾ ਆਊਗਾ, ਤਾਂ ਉਹ ਸਰਕਾਰੀ ਬੰਦਾ ਨਹੀਂ ਹੋਊਗਾ, ਉਹ ਪ੍ਰਾਈਵੇਟ ਬੰਦੇ ਹੋਣਗੇ। ਉਹ ਕੰਪਨੀਆਂ ਨੂੰ ਠੇਕੇ ਦਿੱਤੇ ਜਾਣਗੇ। ਉਹ ਜੇ ਠੇਕੇ ਦਿੱਤੇ ਜਾਣਗੇ ਤਾਂ ਉਹ ਕੰਪਨੀਆਂ ਅੰਬਾਨੀ, ਅਡਾਨੀ, ਕਿਸੇ ਉਹਦੀਆਂ ਹੋਣਗੀਆਂ, ਜਿਹੜਾ ਕੈਪੀਟਲਿਜ਼ਮ ਨੂੰ ਬੜਾਵਾ ਦੇਊਗਾ। ਤੁਹਾਨੂੰ ਲੱਗਦਾ ਹੈ ਕਿ ਨਵੀਂ ਸਰਕਾਰ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਸ਼ੁਰੂ ਕਰਵਾਵੇਗੀ? ਦੇਖੋ ਜੀ, ਹਾਲੇ ਤੱਕ ਸਾਨੂੰ ਇਦਾਂ ਦਾ ਕੁਝ ਵੀ ਨਹੀਂ ਲੱਗਿਆ, ਪਰ ਇਹਨਾਂ ਦੇ ਆਪਦੇ ਕੁਝ ਹੋ ਸਕਦੇ ਹੈਗੇ ਵੀ ਇਹ ਚਲਾਉਣਾ ਚਾਹਣ ਜਾਂ ਨਾ ਚਲਾਉਣਾ ਚਾਹਣ। ਇਹਦੇ ਤੇ ਹਜੇ ਨਾ ਤਾਂ ਉਹਨਾਂ ਵੱਲੋਂ ਕੋਈ ਬਿਆਨ ਆਇਆ, ਨਾ ਹੀ ਇਹਦੇ ਤੇ ਹਲੇ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਹੈ। ਤੇ ਪਰ ਸਾਨੂੰ ਬਹੁਤਾ ਯਕੀਨ ਨਹੀਂ ਹੈਗਾ। ਠੀਕ, ਸਰਕਾਰਾਂ ਦਾ ਕੰਮ ਉਦਾਂ ਹੀ ਹੁੰਦਾਗਾ ਜਦੋਂ ਤੱਕ ਸਾਡੇ ਖੁਦ ਦੇ। ਹੁਣ ਤੁਸੀਂ ਇਹ ਦੇਖ ਸਕਦੇ ਹੋ ਵੀ ਜਿਹੜੇ ਸਾਡੇ ਲੋਕ ਆ ਗਏ, ਸਾਨੂੰ ਇਹ ਲੱਗਦਾ ਹੁੰਦਾ ਵੀ ਇੱਕ ਵਾਰ ਅਸੀਂ ਵੋਟਾਂ ਪਾਤੀਆਂ ਤਾਂ ਅਸੀਂ ਜਿਤਾਤਾ, ਸਾਡੀ ਡਿਊਟੀ ਖਤਮ ਹੋ ਗਈ, ਸਾਡੀ ਡਿਊਟੀ ਖਤਮ ਹੋ ਗਈ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਤੁਹਾਡੀ ਡਿਊਟੀ ਆ ਉਹ ਕੌਨਸ਼ੀਅਸ ਤੌਰ ਤੇ ਬਣਦੀ ਆ ਵੀ ਤੁਸੀਂ ਦੁਬਾਰਾ ਚੈੱਕ ਕਰਦੇ ਰਹੋ ਕਿ ਡਿਊਟੀ ਖਤਮ ਨਹੀਂ, ਡਿਊਟੀ ਸਟਾਰਟ ਹੋਈ ਹੈ। ਡਿਊਟੀ ਸਟਾਰਟ ਹੋਈ ਹੈ। ਜੇ ਤੁਸੀਂ ਇੱਕ ਬੰਦਾ ਭੇਜਿਆ ਨਾ, ਤਾਂ ਤੁਹਾਨੂੰ ਉਹਦੇ ਤੇ ਚੈੱਕ ਲਾਉਣਾ ਪਊਗਾ ਵੀ ਇਹ ਕਰਦਾ ਕੀ ਆ, ਇਹ ਸਾਨੂੰ ਅਗਲੇ ਵਾਰ ਬਣਾਉਣ ਯੋਗ ਹੈ ਜਾਂ ਨਹੀਂ। ਜੇ ਯੋਗ ਨਹੀਂ ਹੈ, ਠੀਕ ਹੈ, ਤਾਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰੋ, ਉਹਦੇ ਖਿਲਾਫ ਜਾਓ, ਠੀਕ ਹੈ। ਪਰ ਇਹ ਸਾਡੇ ਜਿਹੜੀ ਉਹੀ ਗੱਲ ਆ ਗਈ, ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਲੋਕ ਸਿੱਖਦੇ ਨਹੀਂ ਨਾ, ਤਾਂ ਫਿਰ ਉਹ ਅੱਗੇ ਪੰਜਾਬ ਦੇ ਵਿੱਚ ਜਾ ਕੇ ਕੀ ਕੰਮ ਕਰ ਸਕਦੇ ਆ। ਪੰਜਾਬ ਦੇ ਵਿੱਚ ਹਰ ਸਾਲ ਪੰਚਾਇਤੀ ਚੋਣਾਂ ਵੀ ਹੋ ਰਹੀਆਂ ਨੇ, ਨਗਰ ਨਿਗਮ ਚੋਣਾਂ ਵੀ ਹੋ ਰਹੀਆਂ ਨੇ, ਲੋਕ ਸਭਾ ਤੇ ਰਾਜ ਸਭਾ ਚੋਣਾਂ ਵੀ ਹੋ ਰਹੀਆਂ ਨੇ। ਪਰ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀ ਚੋਣਾਂ ਹੋਣਗੀਆਂ ਤਾਂ ਹਿੰਸਾ ਫੈਲ ਸਕਦੀ ਆ, ਜੇਕਰ ਬਾਕੀ ਚੋਣਾਂ 'ਚ ਹਿੰਸਾ ਨਹੀਂ ਫੈਲਦੀ ਤਾਂ ਵਿਦਿਆਰਥੀ ਚੋਣਾਂ 'ਚ ਹਿੰਸਾ ਕਿਵੇਂ ਫੈਲ ਸਕਦੀ ਆ? ਹਾਂ, ਇਹੀ ਜਿਹੜਾ ਆਪਣਾ ਇਹੀ ਸਵਾਲ ਹੈਗਾ ਵੀ ਇਹਦੇ 'ਚ ਇਹ ਹੈ ਵੀ ਸਰਕਾਰਾਂ ਕਹਿੰਦੀਆਂ ਨੇ, ਸਰਕਾਰਾਂ ਬਹੁਤ ਕੁਝ ਕਹਿੰਦੀਆਂ ਹੁੰਦੀਆਂ ਨੇ। ਜਦੋਂ ਇਹ ਹੁੰਦਾਗਾ ਵੀ ਕਿ ਸਰਕਾਰ ਨੂੰ ਕੋਈ ਚੀਜ਼ ਬੰਦ ਕਰਨੀ ਹੋਵੇ ਤਾਂ ਉਹ ਵੱਖ-ਵੱਖ ਤਰ੍ਹਾਂ ਦੇ ਆਪਦੇ ਉਹ ਲੱਭਦੀ ਹੈਗੀ, ਢੰਗ ਤਰੀਕੇ, ਬਹਾਨੇ ਲੱਭਦੀ ਹੈਗੀ। ਤਾਂ ਉਹਦੇ 'ਚੋਂ ਇਹ ਬਹਾਨਾ ਵੀ ਹੈ। ਮੰਨ ਲਓ 1984 ਦੇ ਵਿੱਚ ਉਹ ਸਮਾਂ ਸੀਗਾ ਜਿਹੜਾ ਹਾਲਾਤ ਬਹੁਤ ਉਹ ਸੀਗੇ, ਮਾੜੇ ਸੀਗੇ। ਉਹ ਇਕੱਲੇ ਕਾਲਜਾਂ ਦੇ, ਯੂਨੀਵਰਸਿਟੀਆਂ ਦੇ ਨਹੀਂ, ਸਾਰੇ ਪੰਜਾਬ ਦੇ ਇਦਾਂ ਦੇ ਸੀਗੇ। ਤੇ ਫਿਰ ਉਸ ਟਾਈਮ ਤੇ ਚਲੋ ਅਸੀਂ ਮੰਨਦੇ ਹਾਂ ਟੈਂਪਰੇਰੀ ਤੌਰ ਤੇ ਬੰਦ ਕਰਤੀਆਂ, ਪਰ ਉਸ ਤੋਂ ਬਾਅਦ ਸਾਨੂੰ ਉਹ ਕਰਨਾ ਹੈ। ਪਰ ਕੀ ਕੀਤਾ ਸਰਕਾਰ ਨੇ? ਬਹਾਨੇ ਲੱਭਦੀ ਹੈਗੀ ਬੰਦ ਕਰਨ ਦੇ, ਠੀਕ ਹੈ। ਤਾਂ ਜਿਹੜੀ ਇਹ ਗੱਲ ਹੈ ਵੀ ਸਟੂਡੈਂਟ ਜਾਗਰੂਕ ਨਾ ਹੋ ਸਕਣ, ਤੇ ਜਿਹੜੀ ਆਪਾਂ ਮਿਲੀਟੈਂਸੀ ਦੀ ਗੱਲ ਕਰਦੇ ਹਾਂ, ਜਿਹੜੀ ਆਪਾਂ ਗੁੰਡਾਗਰਦੀ ਦੀ ਗੱਲ ਕਰਦੇ ਹਾਂ, ਉਹ ਤਾਂ ਪਿੰਡਾਂ ਦੇ ਵਿੱਚ ਵੀ ਹੁੰਦੀ ਆ ਜੀ, ਠੀਕ ਹੈ, ਉਹ ਸ਼ਹਿਰਾਂ ਦੇ ਵਿੱਚ ਵੀ ਹੁੰਦੀ ਆ, ਉਹ MLA ਦੀਆਂ ਚੋਣਾਂ ਦੇ ਵਿੱਚ ਵੀ ਹੁੰਦੀ ਆ, ਉਹ ਸਾਰੇ ਹਰ ਥਾਂ ਤੇ ਹੁੰਦੀ ਹੈਗੀ। ਪਰ ਇਹ ਕੀ ਕਰਦੇ ਹੈਗੇ, ਜਿਹੜੀ ਚੀਜ਼ ਨੂੰ ਇਹਨਾਂ ਨੇ ਹਟਾਉਣਾ ਹੁੰਦਾਗਾ, ਠੀਕ ਹੈ, ਇਹ ਉਹਨੂੰ ਬੰਦ ਕਰ ਦਿੰਦੇ ਹੈਗੇ, ਇਹ ਕਹਿ ਕੇ ਵੀ ਹਾਂ ਭਾਈ ਉੱਥੇ ਮਿਲੀਟੈਂਸੀ ਹੈਗੀ, ਉੱਥੇ ਗੁੰਡਾਗਰਦੀ ਆ। ਸਿਰਫ ਇਹ ਇੱਕ ਉਹੀ ਡਿਸਕੋਰਸ ਦੀ ਆਪਾਂ ਗੱਲ ਕਰਦੇ ਹਾਂ, ਬਣਾਉਣ ਦੀ ਗੱਲ ਕਰਦੇ ਹਾਂ, ਜਿਹਦੇ ਨਾਲ ਇਹ ਹੁੰਦਾਗਾ ਵੀ ਜਵਾਕ ਉੱਥੇ ਪੜ੍ਹਨ ਜਾਂਦੇ ਆ, ਲੜਨ ਨਹੀਂ ਜਾਂਦੇ। ਤਾਂ ਇਹਦੇ ਨਾਲ ਕੀ ਹੁੰਦਾ, ਇਹ ਡਰ ਫੈਲਾ ਦਿੰਦੇ ਆ ਸਾਡੇ ਪਰਿਵਾਰਾਂ ਦੇ ਵਿੱਚ, ਮਤਲਬ ਸਾਡੇ ਪੰਜਾਬ ਦੇ ਵਿੱਚ ਡਰ ਫੈਲਾਦਾ, ਕਿਉਂਕਿ ਉਹ ਕੌਨਸ਼ੀਅਸ ਤੌਰ ਤੇ ਅਵੇਅਰ ਨਹੀਂ ਹੁੰਦੇ ਹੈਗੇ। ਕਿਉਂਕਿ ਸਾਡਾ ਜਿਹੜਾ ਪੰਜਾਬ ਹੈ, ਮੋਸਟਲੀ ਜਿੰਨੇ ਵੀ ਆਪਾਂ ਦੇਖ ਸਕਦੇ ਹਾਂ ਵੀ ਸਾਡੇ ਉਹਨਾਂ ਹੀ ਪਰਿਵਾਰਾਂ 'ਚੋਂ ਇੱਥੇ ਪੜ੍ਹਨ ਆਉਂਦੇ ਹੈਗੇ, ਜਿਹੜੇ ਜਾਂ ਤਾਂ ਅਨਪੜ੍ਹ ਨੇ, ਜਿਹੜੇ ਬਹੁਤੇ ਉਹ ਅਮੀਰ ਨਹੀਂ ਹੈਗੇ ਉਹ, ਠੀਕ ਹੈ, ਮਿਡਲ ਕਲਾਸ ਫੈਮਿਲੀ ਤੋਂ ਆ ਜਾਂ ਉਸ ਤੋਂ ਲੋਅਰ ਤੋਂ। ਕਿਉਂਕਿ ਪੰਜਾਬੀ ਯੂਨੀਵਰਸਿਟੀ ਇੱਦਾਂ ਦੀ ਯੂਨੀਵਰਸਿਟੀ ਆ ਜਿਹੜੀ ਮਾਲਵੇ ਦੇ ਖੇਤਰ ਨੂੰ
ਬਹੁਤ ਘੱਟ ਪੈਸਿਆਂ ਦੇ ਵਿੱਚ ਗਰੀਬ ਲੋਕਾਂ ਨੂੰ, ਆਮ ਲੋਕਾਂ ਨੂੰ ਜਿਹੜੇ ਮੱਧ ਵਰਗੀ ਪਰਿਵਾਰ ਆ ਮਾਲਵੇ ਦੇ, ਉਹਦੇ ਜ਼ਿਆਦਾਤਰ ਵਿਦਿਆਰਥੀ ਇੱਥੇ ਪਟਿਆਲੇ ਹੀ ਪੜ੍ਹਨ ਆਉਂਦੇ ਹੈਗੇ। ਉਹਨਾਂ ਨੂੰ ਸਸਤੀ ਸਿੱਖਿਆ ਦੇਣ ਦੀ ਕੰਮ ਕਰਦੇ ਆ। ਤੇ ਸਟੂਡੈਂਟ ਜਥੇਬੰਦੀਆਂ ਇਹਦੇ ਵਿੱਚ ਜਿੰਨਾ ਆਪਦਾ ਸਹਿਯੋਗ ਹੈ, ਯੋਗਦਾਨ ਹੈ, ਅਸੀਂ ਸਟੂਡੈਂਟਸ ਦੇ ਨਾਲ ਖੜ ਰਹੇ ਹਾਂਗੇ, ਉਹਨਾਂ ਨੂੰ ਪਾ ਰਹੇ ਹਾਂਗੇ। ਜਿੰਨੀ ਸਾਡੇ ਤੋਂ ਪੋਲਿਟਿਕਸ ਹੁੰਦੀ ਹੈਗੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਸਟੂਡੈਂਟ ਦੇ ਵਿੱਚ ਲੈ ਕੇ ਜਾਈਏ। ਜਦੋਂ ਜੇ ਇਲੈਕਸ਼ਨ ਹੁੰਦਾ ਹੈਗਾ ਤਾਂ ਤੁਸੀਂ ਇਹ ਦੇਖੋ ਵੀ ਜਿਹੜਾ ਸਟੂਡੈਂਟ ਨਵੇਂ ਆ, ਕਿਉਂਕਿ ਇਹ ਤਾਂ ਹੁੰਦਾ ਨਹੀਂ ਹੈਗਾ ਸਟੂਡੈਂਟ ਇਲੈਕਸ਼ਨ ਦੇ ਵਿੱਚ ਇੱਕੋ ਹੀ ਬੰਦਾ ਹੈਗਾ ਵੀ ਉਹੀ ਚੋਣ ਲੜੀ ਜਾਊਗਾ। ਇੱਥੇ ਤਾਂ ਲਿਮਿਟ ਹੁੰਦੀ ਆ ਨਾ, ਮੰਨ ਲਓ ਏਜ ਲਿਮਿਟ ਲਾ ਲਓ ਤੇ ਉਹ ਲਾ ਲਓ, ਤਾਂ ਜਦੋਂ ਤੱਕ ਤੁਸੀਂ ਸਟੂਡੈਂਟ ਉਦੋਂ ਤੱਕ ਹੀ ਲੜ ਸਕਦੇ ਹੋ। ਹੁਣ ਇਹਦਾ ਨਹੀਂ ਵੀ ਮੈਂ ਅੱਜ MLA ਬਣ ਗਿਆ, ਠੀਕ ਹੈ, ਮੈਂ 70 ਸਾਲ ਤੱਕ ਜਾਂ ਜਦੋਂ ਤੱਕ ਰਿਟਾਇਰਮੈਂਟ ਨਹੀਂ ਉਦੋਂ ਤੱਕ ਮੈਂ ਆਪਦਾ ਉਹ ਬਣੀ ਜਾਊਂ। ਹੁਣ ਆਪਾਂ ਵੱਡੇ ਬਾਦਲ ਦੀ ਗੱਲ ਕਰ ਲੈਂਦੇ ਹਾਂ, ਉਹਨਾਂ ਦੀ ਉਮਰ ਲਾ ਲਓ ਤੁਸੀਂ ਕਿੰਨੀ ਹੋਊਗੀ, ਉਹਨਾਂ ਨੂੰ ਮੈਨੂੰ ਐਂ ਲੱਗਦਾ ਵੀ 35-40 ਸਾਲ ਹੋ ਗਏ, ਵੱਧ ਹੀ ਹੋ ਗਏ ਹੋਣੇ ਆ ਲੜਦਿਆਂ ਨੂੰ ਚੋਣ, ਤੇ ਉਹ ਹੁਣ ਤੱਕ ਲੜੀ ਜਾਂਦੇ ਆ। ਪਰ ਸਟੂਡੈਂਟ ਕੀ ਹੈ, ਸਟੂਡੈਂਟ ਜਿਹੜੀ ਪੋਲਿਟਿਕਸ ਆ ਉਹ ਇੱਕ ਸਮਾਲ ਪਾਰਟ ਹੈ ਜ਼ਿੰਦਗੀ ਦਾ, ਜਿੱਥੋਂ ਉਹਨੇ ਸ਼ਾਰਟ ਸਮੇਂ ਦੇ ਵਿੱਚ ਸਿੱਖ ਕੇ ਜਾਣਾ ਤੇ ਅੱਗੇ ਇਹ ਸਿਰਫ ਇੱਕ ਥੋੜਾ ਜਿਹਾ ਪ੍ਰੈਕਟਿਸ ਆ ਉਹਦੀ ਜਿਹੜੀ ਉਹਨੇ ਅੱਗੇ ਲੈ ਕੇ ਜਾਣੀ ਹੈਗੀ। ਤਾਂ ਇਹਦੇ 'ਚ ਆਪਾਂ ਇਹ ਦੇਖ ਸਕਦੇ ਹਾਂਗੇ ਵੀ ਜੇ ਸਟੂਡੈਂਟ ਇੱਥੇ ਆਉਂਦੇ ਹੈਗੇ ਤਾਂ ਇਹ ਨਹੀਂ ਹੋਊਗਾ ਵੀ ਇਕੱਲਾ ਬੰਦਾ ਲੜ ਰਿਹਾ ਹੈਗਾ। ਮੰਨ ਲਓ ਜਥੇਬੰਦੀ ਇੱਕ ਹੋ ਸਕਦੀ ਆ, ਪਰ ਉਹਦੇ 'ਚ ਨਵੇਂ ਬੰਦੇ ਆਉਣਗੇ ਤੇ ਨਵੇਂ ਬੰਦਿਆਂ ਦਾ ਪ੍ਰੋਗਰੈਸ ਹੋਊਗਾ। ਇਹ ਆਪਾਂ ਇਹ ਕਹਿ ਸਕਦੇ ਵੀ ਹਰ ਸਾਲ ਲਾ ਲਓ 2 ਸਾਲ ਬਾਅਦ 3 ਸਾਲ ਬਾਅਦ ਬੰਦਾ ਚੇਂਜ ਹੋਣੀ ਹੋਣਾਗਾ, ਇੱਕ ਬੰਦਾ ਨਹੀਂ ਰਹੂਗਾ ਇੱਥੇ। ਜੇਕਰ SIFI ਦਾ ਪ੍ਰਧਾਨ ਬਣਦਾ ਹੈ ਤਾਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਜੇਕਰ SFI ਦਾ ਕੋਈ ਵੀ ਉਮੀਦਵਾਰ ਯੂਨੀਵਰਸਿਟੀ ਜਿੱਤਦਾ ਜਾਂ ਹੋਰ ਕਾਲਜ, ਤਾਂ ਤੁਸੀਂ ਕੀ ਸੁਧਾਰ ਕਰੋਗੇ ਇਸ ਸਿਸਟਮ ਦੇ ਵਿੱਚ, ਕੀ ਸੁਧਾਰ ਲੈ ਕੇ ਆਉਂਗੇ? ਸਿਸਟਮ ਦੇ ਵਿੱਚ ਦੇਖੋ ਜੀ, ਜਿਹੜੀ ਪਹਿਲਾਂ ਸਾਡੇ ਜਥੇਬੰਦੀ ਦੀ ਸਮਝ ਹੈਗੀ, ਠੀਕ ਹੈ, ਉਹ ਨੈਸ਼ਨਲ ਲੈਵਲ ਦੀ ਸਾਡੀ ਇਹ ਜਥੇਬੰਦੀ ਹੈ ਤੇ ਉਹਦੀ ਸਮਝ ਇਹ ਹੈ ਪਹਿਲਾਂ ਤਾਂ ਸਿੱਖਿਆ ਮੁਕਤ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਜਿਹੜੀ ਕਾਲਜਾਂ ਦੇ ਵਿੱਚ ਇਨਫਰਾਸਟ੍ਰਕਚਰ ਹੈ ਉਹ ਸਾਰਿਆਂ ਨੂੰ ਬਰਾਬਰ ਦਾ ਹੋਣਾ ਚਾਹੀਦਾ ਹੈਗਾ, ਠੀਕ ਹੈ। ਕਾਲਜ ਦੇ ਵਿੱਚ ਸੁਵਿਧਾਵਾਂ ਵਧੀਆ ਹੋਣੀਆਂ ਚਾਹੀਦੀਆਂ ਨੇਗੀਆਂ ਤੇ ਉਹਦੇ ਵਾਸਤੇ ਸਾਨੂੰ ਲੜਾਈ ਲੜਨੀ ਪਊਗੀ। ਉਹਦੇ ਵਾਸਤੇ ਇਕੱਲੀ ਜੇ SFI ਜਿੱਤਦੀ ਹੈ ਨਾ ਤਾਂ ਉਹਦੇ ਨਾਲ ਇਹ ਨਹੀਂ ਹੋਊਗਾ ਵੀ ਇਕੱਲੀ ਇਹੀ ਇੱਕ ਜਥੇਬੰਦੀ ਹੈ ਜਿਹੜਾ ਆਪਦਾ ਕੰਮ ਕਰ ਸਕਦੀ ਆ, ਬਾਕੀ ਸਾਰੇ ਜਥੇਬੰਦੀਆਂ ਵੀ ਰਲ ਮਿਲ ਕੇ ਕੰਮ ਕਰਦੀਆਂ ਹੁੰਦੀਆਂ ਨੇ। ਇੱਕ ਸਿਸਟਮ ਆ ਜਿਹੜਾ ਉਹ ਇੱਕ ਦੇ ਸਿਰ ਤੇ ਨਹੀਂ ਚੱਲਦਾ ਹੁੰਦਾ, ਉਹ ਸਾਰਿਆਂ ਦੇ ਸਿਰ ਤੇ ਚੱਲਦਾ ਹੁੰਦਾ ਹੈਗਾ। ਪਰ ਸੁਧਾਰ ਦੀ ਜਿਹੜੀ ਲੋੜ ਹੈ ਸਾਨੂੰ ਫ੍ਰੀ ਐਜੂਕੇਸ਼ਨ ਦੀ, ਠੀਕ ਹੈ, ਤੇ ਜੇ ਫ੍ਰੀ ਨਹੀਂ ਦੇ ਸਕਦੇ ਘੱਟੋ ਘੱਟ ਪਹਿਲਾਂ ਸਸਤੀ ਕਰਵਾਵਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਕਾਲਜ ਦਾ ਇਨਫਰਾਸਟ੍ਰਕਚਰ ਹੈ ਜਾਂ ਜਿੰਨਾ ਵੀ ਸਾਨੂੰ ਹੋਆ, ਕਿਉਂਕਿ ਅਸੀਂ ਇੱਥੇ ਆ ਤਾਂ ਜਾਂਦੇ ਹਾਂਗੇ ਪਰ ਤੁਸੀਂ ਇਹ ਦੇਖੋ ਸਾਇੰਸ ਦੇ ਵਿੱਚ ਇੰਸਟਰੂਮੈਂਟ ਨਹੀਂ ਹੈਗੇ ਜੀ, ਜਵਾਕਾਂ ਨੂੰ ਆਪ ਇੰਸਟਰੂਮੈਂਟ ਲੈ ਕੇ ਆਉਣੇ ਪੈਂਦੇ ਆ। ਤੇ ਉਸ ਤੋਂ ਜਿਹੜੀ ਵੱਡੀ ਗੱਲ ਹੈ ਰੋਜ਼ਗਾਰ ਦਾ ਮਸਲਾ, ਜਿਹੜਾ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਮਸਲਾ ਤੇ ਰੋਜ਼ਗਾਰ ਦਾ ਮਸਲਾ ਇਹ ਹੈ। ਤੇ ਰੋਜ਼ਗਾਰ ਦੇ ਮਸਲੇ ਤੁਸੀਂ ਇਹ ਲਾ ਲਓ ਵੀ ਡਿਪਾਰਟਮੈਂਟ ਤਾਂ ਸਾਡੇ ਕੋਲ ਐਡੀਆਂ ਬਿਲਡਿੰਗਸ ਖੜੀਆਂ ਨੇਗੀਆਂ, ਪਰ ਇੱਥੇ ਸਟੂਡੈਂਟ ਦੇ ਵਿੱਚ ਇਹ ਸਾਡਾ ਯੂਨੀਵਰਸਿਟੀ ਵਾਧਾ ਕਰ ਰਹੀ ਹੈਗੀ, ਪਰ ਜਿਹੜਾ ਸਾਡਾ ਉਹ ਹੈ ਪ੍ਰੋਫੈਸਰ, ਠੀਕ ਹੈ, ਭਰਤੀਆਂ ਨੇ। ਹੁਣ ਤੁਸੀਂ ਡਿਪਾਰਟਮੈਂਟ ਦੇ ਵਿੱਚ ਲਾ ਲਓ ਕਿਸੇ 'ਚ 1 ਪ੍ਰੋਫੈਸਰ ਰਹਿ ਗਿਆ, ਕਿਸੇ 'ਚ 2, ਕਿਸੇ 'ਚ 4, ਕਿਸੇ 'ਚ 5, ਇਦਾਂ ਦੀ ਹਾਲਾਤ ਨੇ। ਗਿਣਤੀ ਘਟ ਰਹੀ ਹੈ ਤੇ ਉਧਰ ਸਹੂਲਤਾਂ ਦੀ ਗਿਣਤੀ ਵੀ ਹੈ ਨਹੀਂ ਤੇ ਨਾਲ ਸਟੂਡੈਂਟਾਂ ਦੀ ਗਿਣਤੀ ਵਧ ਰਹੀ ਆ। ਹਾਂ, ਸਟੂਡੈਂਟਾਂ ਦੀ ਗਿਣਤੀ ਯੂਨੀਵਰਸਿਟੀਆਂ ਤਾਂ ਵਧਾ ਰਹੀਆਂ ਨੇ ਲਾਹੇ ਵਾਸਤੇ ਕਿਉਂਕਿ ਸਰਕਾਰਾਂ ਫੰਡ ਨਹੀਂ ਦੇ ਰਹੀਆਂ। ਜੇ ਹੁਣ ਆਪਣੇ ਮੇਨ ਉਹਦੇ ਮੁੱਦੇ ਦੀ ਗੱਲ ਕਰੀਏ, ਯੂਨੀਵਰਸਿਟੀ ਦਾ ਮੇਨ ਮੁੱਦਾ ਉਹ ਹੈ ਕਿਉਂਕਿ ਜੇ ਤੁਸੀਂ ਭਰਤੀ ਵੀ ਕਰਨੀ ਆ, ਤੁਸੀਂ ਇਨਫਰਾਸਟ੍ਰਕਚਰ ਵੀ ਖੜਾ ਕਰਨਾ, ਯੂਨੀਵਰਸਿਟੀ 100 ਕਰੋੜ 150 ਕਰੋੜ ਦੇ ਜਿਹੜੇ 200 ਕਰੋੜ ਦੇ ਘਾਟੇ ਦੇ ਵਿੱਚ ਜਾ ਚੁੱਕੀ ਆ ਹੁਣ, ਤਾਂ ਫਿਰ ਉਹਨੂੰ ਕਵਰ ਕਰਨ ਵਾਸਤੇ ਤੁਹਾਨੂੰ ਸਰਕਾਰ ਨੂੰ ਫੰਡ ਦੇਣਾ ਪੈਣਾ ਇਹਨੂੰ। ਜੇ ਸਰਕਾਰ ਫੰਡ ਨਹੀਂ ਦਿੰਦੀ ਤਾਂ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਵਾਧਾ ਨਹੀਂ ਹੋ ਸਕਦਾ। ਚਰਨਜੀਤ ਚੰਨੀ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਤੇ ਹੁਣ ਭਗਵੰਤ ਮਾਨ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਅਸੀਂ ਫੰਡ ਦੇਵਾਂਗੇ ਤੇ ਕਰਜ਼ਾ ਮੁਕਤ ਕਰਾਂਗੇ ਯੂਨੀਵਰਸਿਟੀ ਨੂੰ, ਹੋਵੇਗਾ ਇਹ? ਦੇਖੋ ਜਿਹੜੀ ਚਰਨਜੀਤ ਚੰਨੀ ਵਾਲੀ ਗੱਲ ਹੈ ਉਹ ਤਾਂ ਤੁਸੀਂ ਇਹ ਲਾ ਲਓ ਵੀ ਜਿੰਨੇ ਵੀ ਉਹਨਾਂ ਨੇ ਉਹ ਕੀਤੇ ਆਗੇ ਐਲਾਨ ਕੀਤੇ ਆਗੇ, ਉਹਨਾਂ ਦੇ ਵਿੱਚੋਂ ਕੋਈ ਵੀ ਐਲਾਨ, ਠੀਕ ਹੈ, ਪੂਰਾ ਨਹੀਂ ਹੋਇਆ। ਉਹ ਸਾਰੇ ਦੇ ਸਾਰੇ ਐਲਾਨ ਹੈ ਤੇ ਹੁਣ ਉਹ ਐਲਾਨ ਹੀ ਰਹਿ ਗਏ ਆ। ਉਹਨਾਂ ਦੀ ਪੋਲਿਟਿਕਸ ਸੀ, ਉਹਨਾਂ ਨਾਲ ਹੀ ਚਲੇ ਗਿਆ ਉਹ ਐਲਾਨ। ਚਰਨਜੀਤ ਚੰਨੀ ਨਾਲ ਕਹਿੰਦੇ ਹੁਣ ਤਾਂ ਐਲਾਨ ਜਿੱਤ ਰੱਖ ਦਿੱਤਾ ਗਿਆ ਹੈ। ਚਲੋ ਕੁਛ ਵੀ ਰੱਖਣਾ, ਇੱਥੋਂ ਦੇ ਲੋਕ ਹੈਗੇ ਉਹ ਅਲੱਗ-ਅਲੱਗ ਟਰਮਸ ਸਾਰਿਆਂ ਵਾਸਤੇ ਆਉਂਦੀਆਂ ਰਹਿੰਦੀਆਂ ਨੇਗੀਆਂ। ਤੁਸੀਂ ਉਹ ਦੇਖੋ ਐਲਾਨ ਕੀਤਾ, ਚੰਨੀ ਜੀ ਇੱਥੇ ਆ ਕੇ ਵੀ ਗਏ ਪਰ ਕੀ ਹੋਇਆ? ਕੁਛ ਨਹੀਂ ਹੋਇਆ। ਤੇ ਉਹਦੇ ਨਾਲ ਕੀ ਸੀਗਾ, ਜਿੰਨਾ ਮਰਜ਼ੀ ਅਸੀਂ ਜ਼ੋਰ ਲਾਇਆ, ਯੂਨੀਵਰਸਿਟੀ ਵੱਲੋਂ ਬਹੁਤ ਜ਼ੋਰ ਲਾਇਆ ਗਿਆ, ਸਟੂਡੈਂਟ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਵੀ ਉਹ ਕਰ ਦੇਣ, ਪਰ ਉਹ ਐਲਾਨ ਕਰ ਗਏ। ਤੇ ਯੂਨੀਵਰਸਿਟੀ ਦਾ ਜਿਹੜਾ ਬਜਟ ਸੀਗਾ ਮਹੀਨੇ ਦੀ ਜਿਹੜੀ ਆਪਣੀ 20 ਕਰੋੜ ਬਣਦੀ ਸੀ ਉਹਦਾ ਵੀ ਐਲਾਨ ਕਰ ਗਏ, ਪਰ ਹੋਇਆ ਕਿ ਕੁਛ ਵੀ ਨਹੀਂ ਹੋਇਆ ਜੀ। ਉਹੀ ਜਿੱਦਾਂ ਤੁਹਾਨੂੰ ਮੈਂ ਆਪਦੀ ਭਰਤੀ ਦੀ ਗੱਲ ਦੱਸੀ ਸੀ, ਉੱਦਾਂ ਹੀ ਪੰਜਾਬ ਦੇ ਵਿੱਚ ਘੱਟੋ ਘੱਟ ਜੇ ਮੰਨ ਕੇ ਚੱਲੋ ਵੀ 10 ਤੋਂ 20 ਭਰਤੀਆਂ ਨੇ, ਸ਼ਾਇਦ ਵੱਧ ਹੀ ਹੋਣ, ਜਿਹੜੀਆਂ ਲਟਕੀਆਂ ਪਈਆਂ ਨੇ ਕਾਂਗਰਸ ਵੇਲੇ ਦੀਆਂ, ਹੁਣ ਤੱਕ ਲਟਕੀਆਂ ਪਈਆਂ ਨੇ। ਪਰ ਇਹਨਾਂ ਤੋਂ ਵੀ ਸਾਨੂੰ ਆਸ ਨਹੀਂ ਲੱਗ ਰਹੀ ਕਿਉਂਕਿ ਸਾਡੀ ਭਰਤੀ ਵੀ ਲਟਕੀ ਪਈ ਆ। ਇਹਨਾਂ ਤੋਂ ਵੀ ਸਾਨੂੰ ਆਸ ਨਹੀਂ ਲੱਗ ਰਹੀ ਵੀ ਇਹ ਕਦੋਂ ਪੂਰੀਆਂ ਕਰਦੇ ਆ ਉਹ, ਕਿਉਂਕਿ ਪੂਰੀਆਂ ਕਰਨਗੇ ਜਾਂ ਨਹੀਂ ਕਰਨਗੇ
ਸ਼ਾਇਦ ਕਦੋਂ ਵਾਲਾ ਤਾਂ ਹਲੇ ਪਤਾ ਨਹੀਂ ਹੈਗਾ ਜੀ, ਵੀ ਜੀ। ਕਦੋਂ ਹੋਊ। ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਹੀ ਆ ਆਪਣਾ ਭਗਵੰਤ ਮਾਨ ਜੀ ਆਏ ਸੀਗੇ ਇੱਥੇ ਜੀ ਤੇ ਉਹਨਾਂ ਨੇ ਵੀ ਬਸ ਉਹ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਫੀਸ ਮਾਫੀ ਵਾਲੀ ਐਪਲੀਕੇਸ਼ਨ ਦੀ ਗੱਲ ਕੀਤੀ ਜੀ। ਵੀ ਸਾਨੂੰ ਸਿਖਾ ਦਿੰਦੇ ਆ ਵੀ ਫੀਸ ਮਾਫ ਕਰ ਦਿਓ, ਫੀਸ ਮਾਫ ਕਰ ਦਿਓ। ਜੀ। ਤਾਂ ਹੁਣ ਇਹਦੇ ਤੋਂ ਕੀ ਲੱਗਦਾ ਹੈਗਾ ਬਾਕੀ ਗੱਲਾਂ ਦਾ ਵੀ ਹੋਰ ਅਸੀਂ ਵੀ ਕਿਹਨੇ ਇੱਕ ਵਿਅੰਗ ਕੀਤਾ ਹੈ ਕਿ ਤੁਸੀਂ ਫੀਸ ਮਾਈਵਲ ਨਾ ਚੱਕੋ, ਵੀ ਨਾ ਉਹ ਕਰੋ, ਵੀ ਤੁਸੀਂ ਸਾਡੇ ਤੋਂ ਪੈਸੇ ਨਾ ਮੰਗੋ। ਜੀ ਹੁਣ ਤੁਸੀਂ ਇਹ ਲਾ ਲਓ ਵੀ ਸਾਡੇ ਜਿਹੜਾ ਹਾਇਰ ਐਜੂਕੇਸ਼ਨ ਹੈ ਉਹ ਕੁਛ ਕੁ ਕਾਲਜ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਕੁਛ ਕੁ ਕਾਲਜ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਉਹਨਾਂ ਨੂੰ ਆਟੋਨੋਮਸ ਕਰਨ ਜਾ ਰਿਹਾ ਹੈਗਾ ਜੀ ਤਾਂ ਫਿਰ ਉਹਦੇ ਨਾਲ ਆਟੋਨੋਮਸ ਨਾਲ ਕੀ ਹੋਊਗਾ ਵੀ ਸਰਕਾਰ ਤੋਂ ਅਲੱਗ ਹੋ ਗਏ ਉਹ ਬਾਹਰ ਕੱਢਤੇ ਪਰ ਚੱਲਣਗੇ ਸਰਕਾਰ ਦੇ ਅੰਡਰ। ਪਰ ਆਟੋਨੋਮਸ ਮੰਨ ਲਓ ਉਹਨਾਂ ਨੂੰ ਸਿਰਫ ਜਿਹੜੀ ਉਹਨਾਂ ਦੀ ਵਿੱਤੀ ਸਹਾਇਤਾ ਉਹ ਬੰਦ ਕਰ ਦਿੱਤੀ ਜਾਣੀ ਹੈ। ਜੀ ਜੇ ਉਹ ਕਰ ਦੇਣਗੇ ਤਾਂ ਹਰ ਕਾਲਜ ਦਾ ਆਪਦਾ ਇੱਕ ਸਿਸਟਮ ਹੋਊਗਾ। ਜੀ ਜੇ ਹਰ ਕਾਲਜ ਦਾ ਆਪਦਾ ਇੱਕ ਸਿਸਟਮ ਹੁੰਦਾਗਾ ਤਾਂ ਫਿਰ ਉਹਦੇ 'ਚ ਤੁਸੀਂ ਕੀ ਦੇਖਦੇ ਹੋ? ਹਰ ਕਾਲਜ ਨੇ ਆਪਦੇ ਵਿਦਿਆਰਥੀਆਂ ਦੇ ਹਿਸਾਬ ਨਾਲ ਫੀਸਾਂ ਵਧਾਉਣੀਆਂ ਨੇਗੀਆਂ, ਠੀਕ ਹੈ। ਘੱਟ ਵਿਦਿਆਰਥੀ ਹੋਣਗੇ ਫੀਸਾਂ ਵੱਧ ਹੋਣਗੀਆਂ, ਜੀ ਵੱਧ ਵਿਦਿਆਰਥੀ ਹੋਣਗੇ ਉੱਥੇ ਪ੍ਰੋਫੈਸਰ ਨਹੀਂ ਹੋਣਗੇ, ਜੀ ਤਾਂ ਫਿਰ ਪੜ੍ਹਾਉਂਗੇ ਕਿੱਦਾਂ? ਜੀ ਹੁਣ ਜੇ ਸਰਕਾਰ ਆਪਦੇ ਹੱਥ ਸਾਰੇ ਹੀ ਚੱਕਣ ਲੱਗ ਗਈ, ਜੇ ਸਰਕਾਰ ਹੁਣ ਇਹ ਗੱਲ ਦੇਖੋ ਵੀ ਜਿਹੜੀ ਨਵੀਂ ਸਿੱਖਿਆ ਪਾਲਿਸੀ ਦਾ ਇੱਕ ਵੱਡਾ ਕਦਮ ਆ। ਹਾਂ ਇਹ ਜਿਹੜੀਆਂ ਇਹ ਸਰਕਾਰਾਂ ਨਾ ਇਹ ਤੁਸੀਂ ਦੇਖਦੇ ਜਾਇਓ ਨਵੀਂ ਸਿੱਖਿਆ ਨੀਤੀ ਆ ਜਿਹੜੀ ਉਹਨੂੰ ਕਰਦੇ ਜਾਣੇ ਇਹਨੇ ਅਪਲਾਈ। ਉਸ ਤੋਂ ਬਾਅਦ ਜਿਹੜੇ ਹੁਣ ਕਾਲਜ ਦੇ ਵਿੱਚ ਨੇਗੇ ਸਾਥੀ ਨੇਗੇ ਜਿਹੜੇ ਬਹੁਤ ਟਾਈਮ ਤੋਂ ਪੜ੍ਹਾਈ ਜਾਂਦੇ ਹੈਗੇ ਗੈਸਟ ਫੈਕਲਟੀ ਤੇ ਪੜ੍ਹਾ ਰਹੇ ਹੈਗੇ ਤਾਂ ਫਿਰ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਹ ਯੂਜ਼ ਕਰਦੇ ਹੈਗੇ ਕਿਉਂਕਿ ਉਹ ਪੱਕੇ ਨਹੀਂ ਹੈਗੇ। ਜੀ ਉਹ ਪ੍ਰੋਟੈਸਟ ਨਹੀਂ ਕਰ ਸਕਦੇ ਇਹਨਾਂ ਖਿਲਾਫ ਵੀ ਹਾਂ ਵੀ ਅਸੀਂ ਆਹ ਨੀਤੀ ਨਹੀਂ ਲਾਗੂ ਕਰਨੀ ਜਾਂ ਕੁਛ ਆਹ ਨਹੀਂ ਕਰਨਾ। ਮੰਨ ਲਓ ਕੋਈ ਵੀ ਹੈ ਕੱਚਾ ਬੰਦਾ, ਕੋਈ ਵੀ ਹੈ, ਇਕੱਲੇ ਪ੍ਰੋਫੈਸਰਸ ਨਹੀਂ, ਕੱਚਾ ਬੰਦਾ ਕੋਈ ਵੀ ਹੈ ਜਿਹਦੇ ਤੋਂ ਕੰਮ ਕਰਵਾਉਣਾ ਸਰਕਾਰ ਨੇ, ਮੰਨ ਲਓ ਉਹਨਾਂ ਦੀ ਭਰਤੀ ਦੇ ਉਹ ਕਹਿਣਗੇ ਵੀ ਜੇ ਤੁਸੀਂ ਨਹੀਂ ਕੰਮ ਕਰਦੇ ਸੀ ਤੁਹਾਨੂੰ ਕੱਢ ਦਿੰਦੇ ਆ। ਹੁਣ ਇਹੀ ਆ ਨਾ ਰੁਜ਼ਗਾਰ ਨੂੰ ਡਰਾ ਕੇ ਪ੍ਰਾਈਵੇਟੇਸ਼ਨ ਦਾ ਤਾਂ ਇਹੀ ਉਹਨਾਂ ਨੂੰ ਫਾਇਦਾ ਹੁੰਦਾ ਨਾ ਵੀ ਜੇ ਤੁਸੀਂ ਨਹੀਂ ਕੰਮ ਕਰਦੇ ਸੀ ਤੁਹਾਨੂੰ ਕੱਢ ਦਾਂਗੇ। ਹੁਣ ਉਸ ਤੋਂ ਇਲਾਵਾ ਜਿਹੜੇ ਦੂਜੇ ਆਪਣੇ ਸਕੂਲ ਹੈਗੇ ਪ੍ਰਾਈਵੇਟ ਸਕੂਲ ਹੈ, ਮੰਨ ਲਓ ਹੁਣ ਸਾਡੇ ਮੇਰਾ ਪਿੰਡ ਨਿਆਲ ਹੈ, ਉੱਥੇ ਇੱਕ ਸਰਕਾਰੀ ਸਕੂਲ ਹੈ ਉਹ 8ਵੀਂ ਤੱਕ ਹੈ। ਪਰ ਹੁਣ ਜਿੱਦਾਂ ਉਸ ਤੋਂ ਇਲਾਵਾ ਜਿਹੜਾ ਸਾਡਾ ਉਹ ਹੈ ਸਰਕਾਰੀ ਦੂਜਾ ਸੀਨੀਅਰ ਸੈਕੰਡਰੀ ਆ ਉਹ ਸਾਡੇ ਤੋਂ 2-3 ਕਿਲੋਮੀਟਰ ਪਾਤੜਾ ਸ਼ਹਿਰ 'ਚ ਆ। ਉਸ ਤੋਂ ਇਲਾਵਾ ਮੇਰੇ ਪਿੰਡ ਦੇ ਵਿੱਚ DAV ਹੈਲਿਕਸ ਤੇ ਉਹਦੇ ਨਾਲ ਇੱਕ ਹੋਰ ਸਕੂਲ ਹੈ ਜਿਹੜੇ ਕਿ ਪ੍ਰਾਈਵੇਟ ਸਕੂਲ ਨੇ ਜਿਹੜੇ ਕਿ ਉੱਥੋਂ ਦੀ ਬਹੁਤ ਜ਼ਿਆਦਾ ਫੀਸ ਲੈਂਦੇ ਹੈਗੇ। ਉੱਥੋਂ ਦੇ ਜਿਹੜੇ ਟੀਚਰ ਨੇਗੇ ਉਹਨਾਂ ਨੂੰ ਕਿੰਨੀ ਕੁ ਤਨਖਾਹਾਂ ਤੇ ਰੱਖਿਆ ਹੋਇਆ ਹੈਗਾ, ਠੀਕ ਹੈ, ਕਿੰਨੀ ਕੁ ਤਨਖਾਹ ਦਿੰਦੇ ਹੋਣੇ ਪਰ ਉਹ ਪੱਕੇ ਨਹੀਂ ਹੈਗੇ। ਉਹਨਾਂ ਦੀ ਵੀ ਐਕਸਪਲੋਇਟੇਸ਼ਨ ਹੋ ਰਹੀ ਹੈਗੀ, ਜਿਹੜੇ ਸਟੂਡੈਂਟ ਉੱਥੇ ਜਾਂਦੇ ਉਹਨਾਂ ਦੀ ਵੀ ਮਤਲਬ ਉਹਨਾਂ ਦੀ ਫੀਸਾਂ ਵਾਧਾ ਕਰਕੇ ਸਾਰਾ ਕੁਝ ਉਹ ਐਕਸਪਲੋਇਟੇਸ਼ਨ ਹੀ ਹੈ ਉਹਨਾਂ ਦੇ ਪਰਿਵਾਰਾਂ ਦੀ ਜਿਹੜੇ ਕਿ ਇੰਨੀਆਂ ਫੀਸਾਂ ਜ਼ਿਆਦਾ ਲੈ। ਪਰ ਸਰਕਾਰੀ ਸਕੂਲ ਦਾ ਇਹ ਸਰਕਾਰਾਂ ਉੱਚਾ ਨਹੀਂ ਚੱਕਣਾ ਚਾਹੁੰਦੀਆਂ, ਲੈਵਲ ਨਹੀਂ ਵਧਾਉਣਾ ਚਾਹੁੰਦੀਆਂ ਤਾਂ ਉਹ ਕੀ ਕਰਦੇ ਆ ਸਰਕਾਰੀ ਸਕੂਲਾਂ ਨੂੰ ਡਾਊਨ ਤੇ ਉਹਨਾਂ ਦੀਆਂ ਬਿਲਡਿੰਗਾਂ ਤੁਸੀਂ ਦੇਖਿਓ ਸਰਕਾਰੀ ਸਕੂਲ ਦੀ ਬਿਲਡਿੰਗ ਇੱਕ ਹੋਊਗੀ ਉਹਨਾਂ ਦੀਆਂ ਬਿਲਡਿੰਗਸ ਦੇਖਿਓ ਤੁਸੀਂ। ਤਾਂ ਹੁਣ ਇਹੀ ਦੇਖ ਲਓ ਵੀ ਇੱਥੇ ਯੂਨੀਵਰਸਿਟੀ ਬਣ ਜਾ ਰਹੀ ਹੈ ਆਪਣੇ ਕਾਲਜ ਦੇ ਕੋਲ ਹੀ ਤੇ ਫਿਰ ਜੇ ਉਹ ਬਣਦੀ ਹੈਗੀ ਤਾਂ ਸਾਡੀ ਯੂਨੀਵਰਸਿਟੀ ਦਾ ਕੀ ਹਾਲ ਹੋਣਾ? ਕਿਉਂਕਿ ਜੇ ਸਾਡੇ ਕੋਲ ਪ੍ਰੋਫੈਸਰਸ ਨਹੀਂ ਹੈਗੇ, ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਤਾਂ ਕੌਣ ਮਤਲਬ ਅਸੀਂ ਚਲੋ ਕਹਿਣਾ ਨਹੀਂ ਚਾਹੁੰਦੇ ਵੀ ਕਿਹੜਾ ਸਟੂਡੈਂਟ ਹੋਊਗਾ ਜਿਹੜਾ ਮੂਰਖ ਹੈ ਵੀ ਜਿਹੜਾ ਇੱਥੇ ਉਹ ਕਰੂਗਾ। ਜੀ 2005 ਦੇ ਵਿੱਚ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਕਿ ਹਰੇਕ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਚੋਣਾਂ ਹੋਣ ਤੇ ਉਸ ਕਮੇਟੀ ਨੇ ਕਿਹਾ ਸੀ ਕਿ 5 ਸਾਲਾਂ ਦੇ ਅੰਦਰ ਹਰੇਕ ਕਾਲਜ ਇਲੈਕਸ਼ਨ ਕਰਾਵੇ ਤੇ ਨਾਲ ਦੀ ਨਾਲ UGC ਹਰੇਕ ਸਾਲ ਹਰੇਕ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕਰਦੀ ਹੈ ਕਿ ਤੁਸੀਂ ਚੋਣਾਂ ਕਰਵਾਓ ਪਰ ਹਜੇ ਤੱਕ ਹੋ ਨਹੀਂ ਰਹੀਆਂ। ਦੇਖੋ ਉਹੀ ਯੂਨੀਵਰਸਿਟੀ ਜਿਵੇਂ UGC ਕਹਿ ਲਓ ਆਪਾਂ ਸੁਪਰੀਮ ਕੋਰਟ ਕਹਿ ਲਈਏ ਜਿੱਦਾਂ UGC ਦਾ ਕ੍ਰਾਈਟੇਰੀਆ ਹੁੰਦਾ ਕਿਸੇ ਵੀ ਉਹਨੂੰ ਭਰਨ ਦਾ ਤਾਂ ਉਹ ਸਿਰਫ ਤੁਹਾਨੂੰ ਸੁਜੈਸਟ ਕਰ ਸਕਦੇ ਇੱਕ ਮਿਨੀਮਮ ਮੰਨ ਲਓ ਰਿਕੁਆਇਰਮੈਂਟ ਜਿਵੇਂ ਸਾਡੀ ਭਰਤੀ ਦੇ ਵਿੱਚ ਹੋਇਆ ਵੀ ਨੈਟ ਤੇ MA ਹੋਣੀ ਚਾਹੀਦੀ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਸਰਕਾਰ ਆਪਦੀ ਪੰਜਾਬ ਸਰਕਾਰ ਹੈ ਕਿਸੇ ਵੀ ਸਟੇਟ ਦੀ ਸਰਕਾਰ ਹੈ ਉਹ ਆਪਣਾ ਕ੍ਰਾਈਟੇਰੀਆ ਫੋਲੋ ਕਰਦੀ ਹੈਗੀ। ਉੱਦਾਂ ਹੀ ਇਹ ਨੇ ਮੰਨ ਲਓ ਡਾਇਰੈਕਟ ਕਰਦੇ ਹੈਗੇ, ਠੀਕ ਹੈ, ਉਹ ਬੋਡੀਜ਼ ਨੇ ਇੱਕ ਪਰ ਉਹ ਇਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿਸੇ ਵੀ ਸਰਕਾਰ ਨੂੰ। ਤਾਂ ਇਸ ਕਰਕੇ ਜਦੋਂ ਤੱਕ ਇਹਨਾਂ ਦਾ ਆਪਦਾ ਉਹ ਨਹੀਂ ਬਣਦਾ, ਇਹਨਾਂ ਦੇ ਆਪਦੇ ਕੋਈ ਮਤ ਨਹੀਂ ਬਣਦੇ ਜਾਂ ਇਹਨਾਂ ਤੇ ਪ੍ਰੈਸ਼ਰ ਨਹੀਂ ਪਾਇਆ ਜਾਂਦਾ, ਮੰਨ ਲਓ ਜਦੋਂ ਤੱਕ ਇਹਨਾਂ ਨੂੰ ਫੋਰਸ ਨਹੀਂ ਕੀਤਾ ਜਾਂਦਾ ਚਾਹੇ ਉਹ ਸਟੂਡੈਂਟ ਜਥੇਬੰਦੀਆਂ ਨੇ ਚਾਹੇ ਸਾਡੇ ਇੱਥੋਂ ਦੇ ਲੋਕ ਨੇ ਜਿਹੜੇ ਉਹ ਫੋਰਸ ਕਰਨ ਇਹਨੂੰ, ਮੰਨ ਲਓ ਜਿਹੜੀ ਲੜਾਈ ਆ ਨਾ ਉਹ ਲੜਾਈ ਤੋਂ ਬਿਨਾਂ ਜਾਂ ਪ੍ਰੋਟੈਸਟ ਤੋਂ ਬਿਨਾਂ ਸੰਘਰਸ਼ ਤੋਂ ਬਿਨਾਂ ਇਹ ਸਰਕਾਰਾਂ ਨਹੀਂ ਮੰਨਦੀਆਂ ਸਾਡੀ ਗੱਲ। ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਉਹ ਬਹੁਤ ਵੱਡਾ ਸੰਘਰਸ਼ ਨਿੱਤਰ ਕੇ ਆਇਆ ਹੈਗਾ ਜਿਹਤੋਂ ਅਸੀਂ ਬਹੁਤ ਸਾਰਾ ਕੁਝ ਸਿੱਖਦਾ ਇਸ ਸਦੀ ਦਾ, ਠੀਕ ਹੈ, ਬਹੁਤ ਵੱਡੇ ਸੰਘਰਸ਼ਾਂ ਦੇ ਵਿੱਚ ਉਹ ਇੱਕ ਹੈ, ਠੀਕ ਹੈ। ਤਾਂ ਉਵੇਂ ਸਾਨੂੰ ਇੱਥੇ ਸੰਘਰਸ਼ ਦੀ ਲੋੜ ਹੈ ਤਾਂ ਜੇ ਸੰਘਰਸ਼ ਸਾਡਾ ਵੱਡਾ ਹੋਊਗਾ ਸਾਡਾ ਡਿਸਕੋਰਸ ਵੱਡਾ ਹੋਊਗਾ ਮੰਨ ਲਓ ਵੀ ਸਾਨੂੰ ਇਲੈਕਸ਼ਨ ਚਾਹੀਦੇ ਹੈਗੇ ਤਾਂ ਸਰਕਾਰਾਂ ਇਸ ਚੀਜ਼ ਤੇ ਸੋਚਣੀਆਂ ਨਹੀਂ ਉਹਨਾਂ ਨੂੰ ਕੀ ਲੋੜ ਹੈ। SI ਪੰਜਾਬ ਸਰਕਾਰ ਤੋਂ ਕੀ ਮੰਗ ਕਰਦੀ ਹੈ SFI ਕਿ ਹੁਣ ਇਹ ਨਵੀਂ ਸਰਕਾਰ ਬਣੀ ਆ ਇਹ ਚੋਣਾਂ ਸ਼ੁਰੂ ਕਰੇ ਜਾਂ ਨਾ ਕਰੇ? ਅਸੀਂ ਇਹਦੇ ਤੋਂ ਪੂਰ ਜ਼ੋਰ ਨਾਲ ਮੰਗ ਕਰਦੇ ਹਾਂ
ਠੀਕ ਹੈ, ਜਿੱਥੋਂ ਤੱਕ ਹੋ ਸਕਿਆ ਅਸੀਂ ਆਪਦਾ ਪੂਰਾ ਸੰਘਰਸ਼ ਵੀ ਇਹਦੇ ਖਿਲਾਫ ਉਹ ਕਰਾਂਗੇ ਫਿਰ, ਤਾਂ ਕਿ ਅਸੀਂ ਜਿਹੜੀਆਂ ਸਟੂਡੈਂਟ ਚੋਣਾਂ ਨੇ ਇੱਥੇ ਕਰਵਾ ਸਕੀਏ, ਜਿਸ ਦੇ ਨਾਲ ਸਾਡੇ ਇਕੱਲੀ ਸਾਡੀ ਬੁੱਧੀ ਦੇ ਵਿੱਚ ਵ੍ਰਿੱਧੀ ਨਹੀਂ ਹੋਣੀ ਹੈਗੀ, ਤੇ ਜਿਹੜਾ ਇਹ ਸਾਰੇ ਪੰਜਾਬ ਦਾ ਤੇ ਸਾਰੇ ਇੰਡੀਆ ਦੇ ਵਿੱਚ ਜਿੰਨੇ ਵੀ ਸਾਡੇ ਸਟੂਡੈਂਟ ਪੋਲਿਟਿਕਸ ਹੈ ਉਹਨੂੰ ਇਸ ਦਾ ਫਾਇਦਾ ਹੋਣਾਗਾ। ਤੇ ਜਿਹੜੀ ਸਾਡੀ ਮੇਨ ਸਟਰੀਮ ਦੀ ਪੋਲਿਟਿਕਸ ਹੈ, ਜੇ ਇੱਥੋਂ ਨਿਕਲ ਕੇ ਜਾਣਗੇ ਉਹ ਮੇਨ ਸਟਰੀਮ ਦੇ ਵਿੱਚ ਜਾਣਗੇ, ਠੀਕ ਹੈ। ਸਾਡੀ ਵਿਚਾਰਧਾਰਾ ਉਹ ਕਿਸੇ ਵੀ ਜਥੇਬੰਦੀ ਦੀ ਹੈ, ਉਹ ਵਿਚਾਰਧਾਰਾ ਅੱਗੇ ਜਾਊਗੀ, ਜਿਹਦਾ ਜਿੱਡਾ ਵੱਡਾ ਡਿਸਕੋਰਸ ਹੋਊਗਾ, ਵਿਚਾਰਧਾਰਾ ਵੱਡੀ ਹੋਊਗੀ, ਆਈਡੀਆ ਵੱਡਾ ਕੰਮ ਕਰੂਗਾ, ਉਹੀ ਮੇਨ ਸਟਰੀਮ ਦੇ ਵਿੱਚ ਜਾ ਕੇ ਤੇ ਪੰਜਾਬ ਨੂੰ ਵਧੀਆ ਬਣਾਉਣ ਦੇ ਵਿੱਚ ਆਪਦਾ ਕੰਮ ਕਰੂਗਾ। ਆਰਐਮਬੀ ਟੈਲੀਵਿਜ਼ਨ ਨਾਲ ਗੱਲ ਕਰਨ ਲਈ ਧੰਨਵਾਦ। ਥੈਂਕ ਯੂ ਸਰ। ਤਾਂ ਇਹ ਸਨ SIFI ਦੇ ਆਗੂ ਜਿਹਨਾਂ ਅਸੀਂ ਗੱਲਬਾਤ ਕੀਤੀ ਕਿ ਪੰਜਾਬ ਦੇ ਵਿੱਚ ਜੋ ਕਾਲਜ ਨੇ, ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਹੋਣ ਜਾਂ ਨਾ ਹੋਣ, ਜਾਂ ਹੋਣ ਤਾਂ ਕਿਸ ਦੇ ਲਈ ਹੋਣ। ਅਜਿਹੇ ਹੋਰ ਖਾਸ ਇੰਟਰਵਿਊ ਦੇਖਣ ਦੇ ਲਈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।